ਸਮੇਲ ਪੋਡਕਾਸਟ ਦੀ ਲੜੀ ਨੰਬਰ 24 ਵਿੱਚ ਸਾਰੇ ਦਰਸ਼ਕਾਂ ਦਾ ਮੇਜਰ ਮਾਰਕਟ ਵੱਲੋਂ ਨਿੱਘਾ ਸਵਾਗਤ ਹੈ। ਸੋ ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਆਪਾਂ ਜਨਵਰੀ ਮਹੀਨੇ 'ਚ ਇਹ ਪੋਡਕਾਸਟ ਸ਼ੁਰੂ ਕੀਤੀ ਸੀ ਅਤੇ ਤਕਰੀਬਨ ਆਪਾਂ ਨੂੰ 6 ਮਹੀਨੇ ਹੋ ਗਏ ਨੇ। ਸੋ 6 ਮਹੀਨੇ ਦੇ ਵਿੱਚ ਆਪਾਂ ਅੱਜ ਤੁਹਾਡੇ 23 ਲੜੀਆਂ ਪਹਿਲਾਂ ਪੇਸ਼ ਕਰ ਚੁੱਕੇ ਹਾਂ ਅਤੇ 24ਵੀਂ ਲੜੀ ਤੁਹਾਡੇ ਲਈ ਪੇਸ਼ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਹਿਤਕ ਰੰਗ ਵਾਲਾ ਪ੍ਰੋਗਰਾਮ ਪਸੰਦ ਹੋਵੇਗਾ। ਭਾਵੇਂ ਸਾਡੇ ਦਰਸ਼ਕ ਥੋੜ੍ਹੇ ਹੋਣ, ਲੇਕਿਨ ਚੰਗਾ ਸੁਣਨ ਵਾਲੇ, ਚੰਗਾ ਜਾਣਨ ਵਾਲੇ ਹੋਣ, ਅਤੇ ਸਾਨੂੰ ਬਸ ਇੰਨਾ ਹੀ ਹੌਸਲਾ ਬਹੁਤ ਹੈ। ਅਤੇ ਤੁਹਾਡੇ ਵੱਲੋਂ ਜਿਹੜੇ ਸੁਨੇਹੇ ਆਉਂਦੇ ਨੇ ਉਹ ਸਾਡਾ ਹੌਸਲਾ ਵਧਾਉਂਦੇ ਨੇ। ਅਤੇ ਉਮੀਦ ਕਰਦਾ ਹਾਂ ਕਿ ਭਵਿੱਖ ਦੇ ਵਿੱਚ ਜਿਹੜਾ ਤੁਹਾਡਾ ਸਹਿਯੋਗ ਹੋਵੇਗਾ, ਇਹ ਸਾਨੂੰ ਵਧੀਆ ਵਿਸ਼ੇ ਤੋਂ ਦਿਲਚਸਪੀ ਵਾਲੀ ਜਿਹੜੀ ਗੱਲਬਾਤ ਹੈ ਉਸ ਨੂੰ ਲੈ ਕੇ ਆਉਣ ਦੇ ਵਿੱਚ ਸਹਾਈ ਹੋਵੇਗਾ। ਕਿਉਂਕਿ ਵੱਡੀ ਗੱਲ ਇਹ ਹੈ ਕਿ ਜਿਉਂ-ਜਿਉਂ ਤੁਹਾਡੇ ਨਾਲ ਦਰਸ਼ਕ ਜੁੜਦੇ ਨੇ ਅਤੇ ਤੁਹਾਨੂੰ ਜਿਹੜੇ ਉਹ ਉਸ ਤਰ੍ਹਾਂ ਦਾ ਸੁਝਾਅ ਦਿੰਦੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹ ਵੀ ਆਉਂਦੀਆਂ ਰਹਿੰਦੀਆਂ ਨੇ। ਸੋ ਇਹ ਪ੍ਰੋਗਰਾਮ ਮੁੱਖ ਤੌਰ 'ਤੇ ਯਾਤਰਾਵਾਂ ਨਾਲ ਸੰਬੰਧ, ਸਾਹਿਤ ਨਾਲ ਸੰਬੰਧ, ਜਾਂ ਜਿਹੜਾ ਹੈਗਾ ਯੂਨੀਵਰਸ ਉਹਦੇ ਨਾਲ ਸੰਬੰਧਿਤ ਆਪਾਂ ਜਿਹੜਾ ਕਵਰ ਕਰਦੇ ਹਾਂ। ਤਾਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਆਪਾਂ ਸਭਿਅਤਾਵਾਂ ਬਾਰੇ ਗੱਲ ਕਰਾਂਗੇ ਅਤੇ ਜਾਂ ਆਪਾਂ ਜਿਹੜੇ ਬਦਲ ਰਹੇ ਹਾਲਾਤ ਨੇ ਦੁਨੀਆ ਦੇ ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਦੋਸਤੋ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਮੂਲ ਵਾਸੀ ਭਾਈਚਾਰਾ ਸੀ ਤੇ ਉਸ ਦੇ ਬੱਚਿਆਂ ਦੀਆਂ ਬੇਨਾਮੀਆਂ ਕਬਰਾਂ ਮਿਲਦੀਆਂ ਰਹੀਆਂ ਨੇ ਅਤੇ ਭਵਿੱਖ ਵਿੱਚ ਹੋਰ ਵੀ ਮਿਲ ਸਕਦੀਆਂ ਨੇ। ਸੋ ਜਿਸ ਤਰ੍ਹਾਂ ਕੈਮਲੂਪਸ ਦੇ ਵਿੱਚ ਮਿਲੀਆਂ ਸੀਗੀਆਂ, ਤਾਂ ਫਿਰ ਇੱਧਰ ਜਿਹੜਾ ਸਸਕੈਚਵਾਨ ਦੇ ਵਿੱਚ ਵੀ ਮਿਲੀਆਂ ਸੀਗੀਆਂ 751 ਬੱਚਿਆਂ ਦੀਆਂ ਕਬਰਾਂ। ਸੋ ਭਵਿੱਖ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਜਦੋਂ ਜਾਣਕਾਰੀ ਲਈ ਜਾਵੇਗੀ ਜਾਂ ਖੋਜ ਕੀਤੀ ਜਾਵੇਗੀ, ਹੋ ਸਕਦਾ ਹੈ ਇਸ ਤਰ੍ਹਾਂ ਦੇ ਤੱਥ ਹੋਰ ਵੀ ਸਾਹਮਣੇ ਆਉਣ ਅਤੇ ਇਹਦੇ ਨਾਲ ਜਿਵੇਂ ਜਿੰਨੇ ਸਮੂਹ ਕੈਨੇਡਾ ਨਿਵਾਸੀ ਨੇ ਅਤੇ ਉਹਨਾਂ ਦੇ ਹਿਰਦੇ ਬਲੂੰਦਰੇ ਗਏ, ਜਾਂ ਦੁਨੀਆ ਭਰ ਦੇ ਵਿੱਚ ਕੈਨੇਡਾ ਦੇ ਜਿਹੜੇ ਅਕਸ ਨੂੰ ਢਾਹ ਲੱਗੀ। ਤੋ ਮੈਂ ਇਸ ਕਰਕੇ ਕਹਿ ਰਿਹਾ, ਭਾਵੇਂ ਮੌਜੂਦਾ ਸਰਕਾਰ ਜਿਹੜੀ ਹੈਗੀ ਆ ਜਾਂ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ, ਇਹਨਾਂ ਦੀ ਇਸ ਵਿੱਚ ਕੋਈ ਗਲਤੀ ਨਹੀਂ, ਲੇਕਿਨ ਜਿਹੜਾ ਕੈਨੇਡਾ ਦਾ ਇਤਿਹਾਸ ਹੈ, ਇਤਿਹਾਸ ਜਿਹੜਾ ਦੱਬਿਆ ਪਿਆ ਹੈ ਧਰਤੀ ਦੇ ਥੱਲੇ, ਅਤੇ ਉਹਨੂੰ ਜੇ ਇਹ ਸਰਕਾਰਾਂ ਉਜਾਗਰ ਨਹੀਂ ਕਰਨਗੀਆਂ, ਜੇ ਉਹਦੇ 'ਤੇ ਖੋਜ ਨਹੀਂ ਕਰਵਾਉਣਗੀਆਂ, ਤਾਂ ਇਹ ਸਰਕਾਰਾਂ ਵੀ ਫਿਰ ਓਨੀਆਂ ਹੀ ਜ਼ਿੰਮੇਵਾਰ ਹੋ ਸਕਦੀਆਂ ਨੇ। ਅਤੇ ਵਿਤਕਰਾ ਜਿਹੜਾ ਉਹ ਅਜੇ ਵੀ ਹੁੰਦਾ ਹੈ, ਵਿਤਕਰਾ ਬੰਦ ਨਹੀਂ ਹੋਇਆ। ਅਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਅਤੇ ਉਹਨਾਂ ਦੀਆਂ ਰੱਖਾਂ ਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਇੱਕ ਸਟੈਂਡਰਡ ਜਾਂ ਕਹਿ ਲਓ ਇੱਕ ਪੱਧਰ ਤੋਂ ਕਾਫੀ ਨੀਵਾਂ ਹੈ। ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ, ਨਸ਼ੇ ਮਿਲ ਰਹੇ ਨੇ, ਲੇਕਿਨ ਜਿਹੜੀਆਂ ਬਾਕੀ ਸਹੂਲਤਾਂ ਹਨ, ਮੈਡੀਕਲ ਸਹੂਲਤ ਹੋਈ, ਹੋਰ ਹੋਈ, ਉਸ ਪੱਧਰ 'ਤੇ ਨਹੀਂ ਮਿਲ ਰਹੀਆਂ ਜਿਸ ਪੱਧਰ 'ਤੇ ਮਿਲਣੀਆਂ ਚਾਹੀਦੀਆਂ ਨੇ। ਸੋ ਸਰਕਾਰ ਨੇ, ਮੈਂ ਸਮਝਦਾ ਕਿ ਇਸ ਡੈਮੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੋ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਦੀ ਜਾਂ ਮੂਲ ਵਾਸੀਆਂ ਦੀ ਜਿਹੜੀ ਹਮਦਰਦੀ ਹੈ ਉਹ ਜਿੱਤੀ ਜਾ ਸਕੇ, ਲੋਕਾਂ ਦਾ ਜਿਹੜਾ ਕਹਿ ਲਓ ਰੋਹ ਹੈ ਉਹ ਘਟਾਇਆ ਜਾ ਸਕੇ, ਮਾਫ਼ ਕਰਨਾ, ਰੋਸ ਘਟਾਇਆ ਜਾ ਸਕੇ। ਸੋ ਉਸ ਕਰਕੇ ਸਰਕਾਰ ਨੇ ਪਿਛਲੇ ਦਿਨ ਇੱਕ ਫੈਸਲਾ ਲਿਆ। ਸੋ ਮੂਲ ਨਿਵਾਸੀ ਭਾਈਚਾਰੇ ਤੋਂ ਮੈਰੀ ਸਿਮਨ ਨੂੰ ਕੈਨੇਡਾ ਦੀ ਗਵਰਨਰ ਜਨਰਲ ਬਣਾਇਆ ਗਿਆ। ਸੋ ਦੋਸਤੋ, ਇਹ ਪਹਿਲੀ ਮੂਲ ਨਿਵਾਸੀ ਭਾਈਚਾਰੇ ਦੀ ਔਰਤ ਹੈ ਸੋ ਜਿਸ ਨੂੰ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਬਣਾਇਆ ਗਿਆ ਹੈ। ਸੋ ਜਿਸ ਤਰ੍ਹਾਂ ਭਾਰਤ ਦੇ ਵਿੱਚ ਰਾਸ਼ਟਰਪਤੀ ਹੁੰਦਾ ਹੈ, ਪ੍ਰਧਾਨ ਮੰਤਰੀ ਤੋਂ ਉੱਪਰ ਜੋ ਸਾਰੇ ਜਿਹੜੇ ਬਿੱਲ ਨੇ ਉਹ ਸਾਈਨ ਕਰਦਾ ਹੈ, ਸੋ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਹੁੰਦਾ ਹੈ ਜੋ ਸਭ ਤੋਂ ਉੱਚੀ ਪੋਸਟ ਹੈ। ਭਾਵੇਂ ਇਹ ਰਬੜ ਸਟੈਂਪੇ ਹੀ ਹੁੰਦੇ ਨੇ, ਭਾਵੇਂ ਇਹਨਾਂ ਦੀ ਮਰਜ਼ੀ ਜਿਹੜੀ ਹੈ ਕੋਈ ਬਹੁਤੀ ਨਹੀਂ ਚੱਲਦੀ, ਉਹ ਤਾਂ ਪਾਰਲੀਮੈਂਟ ਨੇ ਫੈਸਲੇ ਕਰਨੇ ਹੁੰਦੇ ਨੇ, ਲੇਕਿਨ ਫਿਰ ਵੀ ਜਿਹੜਾ ਇਹ ਅਹੁਦਾ ਹੈ ਬਹੁਤ ਉੱਚਾ ਹੈ। ਦੁਨੀਆ ਭਰ ਦੇ ਵਿੱਚ ਭਾਵੇਂ ਜਿਹੜਾ ਬਸਤੀਵਾਦੀ ਰਾਜ ਸੀਗੇ ਉਹ ਖਤਮ ਹੋ ਚੁੱਕੇ ਨੇ, ਭਾਵੇਂ ਹੁਣ ਜਿਹੜੀ ਬ੍ਰਿਟਿਸ਼ ਜਾਂ ਇੰਗਲੈਂਡ ਦੀ ਜਿਹੜੀ ਰਾਣੀ ਆ ਉਹ ਸਾਰੀ ਦੁਨੀਆ 'ਤੇ ਰਾਜ ਕਰਦੀ ਸੀ, ਉਹਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਲੇਕਿਨ ਵੱਖੋ ਵੱਖਰੇ ਦੇਸ਼ਾਂ ਨੇ ਇੰਗਲੈਂਡ ਤੋਂ ਆਜ਼ਾਦੀ ਲੈ ਲਈ, ਕੈਨੇਡਾ ਨੇ ਆਜ਼ਾਦੀ ਲੈ ਲਈ, ਲੇਕਿਨ ਜਿਹੜਾ ਸੰਵਿਧਾਨਕ ਹੈੱਡ ਹੈ, ਜਿਹੜਾ ਸੰਵਿਧਾਨ ਦਾ ਮੁਖੀਆ ਹੈ, ਉਹ ਅਜੇ ਵੀ ਇੰਗਲੈਂਡ ਦੀ ਰਾਣੀ ਹੀ ਹੈ। ਸੋ ਕੈਨੇਡਾ ਦਾ ਕੋਈ ਵੀ ਫੈਸਲਾ ਜਿਹੜਾ ਹੈ, ਕੈਨੇਡਾ ਸਰਕਾਰ ਉਹਦੇ ਲਈ ਜਿਹੜੀ ਜਵਾਬਦੇਹ ਹੈ ਉਹ ਕੈਨੇਡਾ ਦੀ ਰਾਣੀ ਨੂੰ ਹੈ। ਸੋ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਸੋ ਇਹ ਜਿਹੜੀ ਔਰਤ ਹੈ ਮੈਰੀ ਸਿਮਨ, ਸੋ ਇਸ ਦਾ ਜਨਮ 21 ਅਗਸਤ 1947 ਨੂੰ ਹੋਇਆ ਸੀ। ਸੋ ਇਹ ਹੁਣ ਇਸ ਵਕਤ ਜਿਹੜੀ 73 ਸਾਲ ਦੀ ਹੈ। ਸੋ ਇਹਨਾਂ ਦੇ ਪਿਤਾ
ਬੌਬ ਮਾਰਡਨ ਮੇ ਉਹ ਫਰ ਦਾ ਵਪਾਰ ਕਰਦੇ ਸੀ। ਤੇ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਫਰ ਦਾ ਬਹੁਤ ਵੱਡਾ ਵਪਾਰੀ ਹੈ। ਸੋ ਇਸ ਫਰ ਦੇ ਬਿਜ਼ਨਸ ਨੂੰ ਕਾਬੂ ਕਰਨ ਲਈ ਹੀ ਬਸਤੀਵਾਦੀਆਂ ਨੇ ਆਪਣੀਆਂ ਇੱਥੇ ਬਸਤੀਆਂ ਵਸਾਈਆਂ ਸੀ। ਫਰੈਂਚ ਬਸਤੀ, ਬ੍ਰਿਟਿਸ਼ ਬਸਤੀ ਜਾਂ ਹੋਰ ਮੂਲ ਦੇ ਜਿਹੜੇ ਲੋਕ ਸੀ, ਉਹਨਾਂ ਨੇ ਆ ਕੇ ਇਹਨਾਂ ਮੂਲ ਭਾਈਚਾਰੇ ਦੇ ਲੋਕਾਂ ਨੂੰ ਖਦੇੜ ਕੇ ਇਹਨਾਂ ਦੇ ਬੱਚਿਆਂ ਦਾ ਧਰਮ ਬਦਲ ਕੇ, ਬੋਲੀ ਉਹਨਾਂ ਤੋਂ ਖੋਹ ਕੇ, ਉਹਨਾਂ ਦਾ ਸੱਭਿਆਚਾਰ ਖੋਹ ਕੇ, ਇੱਥੋਂ ਤੱਕ ਕਿ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਦੇ ਕਤਲ ਵੀ ਕੀਤੇ ਗਏ, ਜਿਨ੍ਹਾਂ ਦੀ ਆਪਾਂ ਗੱਲ ਕੀਤੇ ਆ। ਲੇਕਿਨ ਇਹ ਜਿਹੜੀ ਬਸਤੀਆਂ ਨੇ ਹੁਣ ਭਾਵੇਂ ਉਹ ਖਤਮ ਹੋ ਚੁੱਕੀਆਂ ਨੇ, ਲੇਕਿਨ ਫਿਰ ਵੀ ਜਿਹੜਾ ਹੈਗਾ ਉਸ ਦਾ ਪ੍ਰਭਾਵ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ। ਸੋ ਇਹ ਬਸਤੀਵਾਦੀ ਲੋਕਾਂ ਨੇ ਇਹ ਬਿਜ਼ਨਸ ਹਥਿਆਇਆ ਸੀ, ਲੇਕਿਨ ਇਹ ਜਿਹੜਾ ਮੈਰੀ ਸਿਮਨ ਦਾ ਪਰਿਵਾਰ ਹੈ ਉਹ ਇਹ ਅੱਗੇ ਵੱਧਦਾ ਰਿਹਾ। ਤਾਂ ਇਹ ਅੱਗੇ ਵੱਧਦਾ ਰਿਹਾ ਤੇ ਇਸ ਔਰਤ ਨੇ ਚੰਗੀ ਪੜ੍ਹਾਈ ਵੀ ਕੀਤੀ, ਤੇ ਭਾਵੇਂ ਇਹਨੂੰ ਫਰੈਂਚ ਨਹੀਂ ਆਉਂਦੀ ਲੇਕਿਨ ਇੰਗਲਿਸ਼ ਬਹੁਤ ਵਧੀਆ ਜਾਣਦੀ ਹੈ। ਸੋ ਜੌਨ ਕ੍ਰਿਸਚੀਅਨ ਦੇ ਟਾਈਮ ਇਹਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਕੰਮ ਵੀ ਕੀਤਾ, ਤੇ ਫਿਰ ਇਹਨੇ ਪੌਲ ਮਾਰਟਨ ਦੇ ਸਮੇਂ ਵੀ ਕੈਨੇਡਾ ਸਰਕਾਰ ਦੇ ਨਾਲ ਕੰਮ ਕੀਤਾ। ਸੋ ਇਹ ਡੈਨਮਾਰਕ ਦੇ ਵਿੱਚ ਕੈਨੇਡੀਅਨ ਅੰਬੈਸਡਰ ਵੀ ਰਹੀ, ਤੇ ਇਸ ਨੇ ਇੱਕ ਪੱਤਰਕਾਰ ਔਰ ਬ੍ਰੌਡਕਾਸਟਰ ਦੇ ਤੌਰ ਤੇ ਵੀ ਆਪਣੀ ਪਛਾਣ ਬਣਾਈ। ਸੋ ਇਸ ਤਰ੍ਹਾਂ ਇਸ ਔਰਤ ਨੂੰ ਅੱਗੇ ਲਿਆ ਕੇ ਤੋਂ ਮੂਲ ਨਿਵਾਸੀ ਭਾਈਚਾਰਾ ਹੈ ਜਿਹੜਾ ਉਹਦੇ ਜ਼ਖਮਾਂ ਤੇ ਮਰਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇੰਗਲੈਂਡ ਦੀ ਮਹਾਰਾਣੀ ਮਲਕਾ ਐਲਿਜ਼ਬeth ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਾਹਿਬ ਨੇ ਇਸ ਦੀ ਪਰਮਿਸ਼ਨ ਵੀ ਲਈ, ਇਸ ਦੀ ਆਗਿਆ ਲਈ। ਸੋ ਉਹ ਹੁਣ ਜਿਹੜਾ ਹੈ ਕੁਈਨ ਨੂੰ, ਜਾਣੀ ਰਾਣੀ ਨੂੰ, ਮਲਕਾ ਐਲਿਜ਼ਬeth ਨੂੰ ਰਿਪਰੈਜ਼ੈਂਟ ਕਰੇਗੀ ਕੈਨੇਡਾ ਦੇ ਵਿੱਚ, ਜਿਹੜੀ ਇਹ ਮੈਰੀ ਸਿਮਨ ਹੈ। ਸੋ ਦੋਸਤੋ ਇੱਕ ਬਹੁਤ ਵੱਡਾ ਫੈਸਲਾ ਸੀ, ਕਿਉਂਕਿ ਮੂਲ ਨਿਵਾਸੀ ਭਾਈਚਾਰੇ ਨੂੰ ਇਹ ਮਾਣ ਦਿੱਤਾ ਗਿਆ ਹੈ ਕਿ ਪਹਿਲੀ ਔਰਤ ਹੈ ਜੋ ਇਸ ਪੱਧਰ ਤੇ ਕੈਨੇਡਾ ਦੇ ਵਿੱਚ ਪਹੁੰਚੀ ਹੈ। ਸੋ ਇਸੇ ਪ੍ਰਕਾਰ ਆਪਾਂ ਗੱਲਾਂ ਕੈਨੇਡਾ ਦੀਆਂ ਕਰਦੇ ਹਾਂ, ਤੇ ਜਦੋਂ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ, ਤੇ ਜਦੋਂ ਸਰਕਾਰਾਂ ਲੋਕਾਂ ਨੂੰ ਧੜਾ ਧੜ ਸਹੂਲਤਾਂ ਦੇਣ ਦੀ ਗੱਲ ਕਰਨ ਲੱਗ ਜਾਣ, ਤਾਂ ਸਮਝ ਲਓ ਕਿ ਜਿਹੜੀ ਇਲੈਕਸ਼ਨ ਹੈ ਉਹ ਬਹੁਤ ਨੇੜੇ ਹੈ। ਸੋ ਪਤਾ ਇਹ ਲੱਗਿਆ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਸਤੰਬਰ-ਅਕਤੂਬਰ ਦੇ ਵਿੱਚ ਹੋ ਸਕਦੀ ਹੈ। ਸੋ ਇਸ ਦਾ ਕਾਰਨ ਇਹ ਹੈ ਕਿ ਜਿਹੜੇ ਸਰਵੇ ਹਨ ਉਹ ਸਰਕਾਰ ਤੱਕ ਪਹੁੰਚਦੇ ਨੇ। ਸੋ ਕੁਝ ਸਰਵੇਖਣਾਂ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਜੇ ਕੈਨੇਡਾ ਦੇ ਵਿੱਚ ਜਿਹੜੀ ਇਲੈਕਸ਼ਨ ਹੈ, ਫੈਡਰਲ ਇਲੈਕਸ਼ਨ, ਉਹ ਸਤੰਬਰ-ਅਕਤੂਬਰ ਦੇ ਵਿੱਚ ਹੋ ਜਾਂਦੀ ਹੈ, ਤਾਂ ਜਿਹੜੀ ਲਿਬਰਲ ਗੌਰਮੈਂਟ ਹੈ, ਜਸਟਨ ਟਰੂਡੋ ਦੀ ਗੌਰਮੈਂਟ ਹੈ, ਉਹ 2/3 ਬਹੁਮਤ, ਮਤਲਬ ਸਪਸ਼ਟ ਬਹੁਮਤ ਨਾਲ ਉਹ ਫੇਰ ਸੱਤਾ 'ਚ ਆ ਸਕਦੀ ਹੈ। ਸੋ ਇਸ ਵਕਤ ਉਹਦੇ ਕੋਲ ਬਹੁਮਤ ਨਹੀਂ ਹੈ, ਤਾਂ ਦੂਸਰੀਆਂ ਪਾਰਟੀਆਂ ਤੇ ਨਿਰਭਰ ਕਰਦੀ ਹੈ। ਸੋ ਜਿਸ ਕਰਕੇ ਉਹਨੂੰ ਬਹੁਤ ਸਾਰੇ ਫੈਸਲੇ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਸੋ ਜਸਟਨ ਟਰੂਡੋ ਦੀ ਸਰਕਾਰ ਭਾਵੇਂ ਘੱਟ ਗਿਣਤੀ ਵਿੱਚ ਸੀ, ਪਰ ਜਿਸ ਤਰ੍ਹਾਂ ਉਹਨੇ ਕੋਵਿਡ-19 ਨੂੰ ਨਜਿੱਠਿਆ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਸਾਰੀਆਂ ਪ੍ਰੋਵਿੰਸ ਦੇ ਵਿੱਚ ਵੈਕਸੀਨ ਲਗਾਈ ਜਾ ਰਹੀ ਹੈ, ਤਾਂ ਕਿ ਜਿਸ ਤਰ੍ਹਾਂ ਇਸ ਨੂੰ ਕੰਟਰੋਲ ਕੀਤਾ ਗਿਆ, ਜਾਂ ਜਿਸ ਤਰ੍ਹਾਂ ਜਦੋਂ ਲੋਕਾਂ ਦੇ ਕੰਮ ਜਾਣ ਲੱਗੇ, ਜਦੋਂ ਬਿਜ਼ਨਸ ਬੰਦ ਹੋਣ ਲੱਗੇ, ਸੋ ਕਿਸ ਤਰ੍ਹਾਂ ਵੱਡੀਆਂ ਕੰਪਨੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਪੈਕੇਜ ਦੇ ਕੇ ਜਿੰਦਾ ਰੱਖਿਆ ਗਿਆ। 에ਅਰ ਕੈਨੇਡਾ ਵਰਗੀ 에ਅਰਲਾਈਨ ਨੂੰ ਪੈਕੇਜ ਦਿੱਤਾ ਗਿਆ, ਕਿ ਕਿਸ ਤਰ੍ਹਾਂ ਲੋਕਾਂ ਨੂੰ ODS ਤੇ ਦਿੱਤਾ ਗਿਆ। ਗੌਰਮੈਂਟ ਨੇ ਜਿਹੜਾ ਹੈਗਾ ਉਹ ਜਿਹੜੀ ਪੇ ਸੀ ਉਹਦੇ ਵਿੱਚ ਬਹੁਤ ਵੱਡੀ ਮਦਦ ਕੀਤੀ, ਬਹੁਤ ਵੱਡੀ ਫੰਡਿੰਗ ਹੈ ਜਿਹੜੀ ਉਹਨਾਂ ਨੂੰ ਕੀਤੀ। ਸੋ ਇਸੇ ਪ੍ਰਕਾਰ ਤੁਹਾਨੂੰ ਪਤਾ ਹੀ ਹੋਵੇਗਾ ਕਿ ਭਾਵੇਂ ਤੁਸੀਂ ਕੰਮ ਕਰਦੇ ਸੀ ਜਾਂ ਨਹੀਂ ਕਰਦੇ ਸੀ, ਭਾਵੇਂ ਤੁਸੀਂ ਕਦੇ ਵੀ ਕੰਮ ਨਹੀਂ ਸੀ ਕੀਤਾ, ਲੇਕਿਨ ਜੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਘਰ ਬੈਠੇ ਹੋ, ਗੌਰਮੈਂਟ ਨੇ ਬਗੈਰ ਕੋਈ ਪੁੱਛਗਿੱਛ ਕੀਤੇ ਤੇ ਹਰੇਕ ਵਿਅਕਤੀ ਨੂੰ ਜੋ ਘਰ ਬੈਠਾ ਸੀ, ਜਿਸ ਕੋਲ ਜੋਬ ਨਹੀਂ ਸੀ, $2000 ਹੈ ਜਿਹੜਾ ਉਹ ਤੁਰੰਤ ਜਿਹੜਾ ਹੈਗਾ ਉਹ ਦੇ ਦਿੱਤਾ। ਸੋ ਜਿਸ ਕਰਕੇ ਜਿਹੜਾ ਪੈਸਾ ਸੀਗਾ ਗੌਰਮੈਂਟ ਦਾ ਉਹ ਇਕੋਨਮੀ ਦੇ ਵਿੱਚ ਮੂਵ ਹੁੰਦਾ ਰਿਹਾ, ਤੇ ਲੋਕ ਨੇ ਜਿਹੜੇ ਉਹ ਨਿਰਾਸ਼ਾ ਵਿੱਚ ਜਾਣ ਤੋਂ ਬਚ ਗਏ। ਉਹਨਾਂ ਨੂੰ ਜਿਹੜੇ ਜੋਬਾਂ ਜਾਣ ਦਾ ਜਾਂ ਘਾਟਾ ਪੈਣ ਦਾ ਇੰਨਾ ਦੁੱਖ ਨਹੀਂ ਲੱਗਿਆ। ਸੋ ਇਹ ਜਿਹੜੇ ਫੈਸਲੇ ਸਨ, ਸੋ ਇਹਨਾਂ ਨੇ ਜਿਹੜਾ ਗ੍ਰਾਫ ਸੀ ਲਿਬਰਲ ਸਰਕਾਰ ਦਾ ਉਹ ਕਾਫੀ ਉੱਚਾ ਚੱਕਿਆ, ਤੇ ਲੋਕਾਂ ਨੂੰ ਲੱਗਿਆ ਜਿਹੜਾ ਪ੍ਰਧਾਨ ਮੰਤਰੀ ਹੈ ਤੇ ਉਹ ਲੋਕਾਂ ਦੇ ਹੱਕ ਵਿੱਚ ਹੈ, ਪਾਰਟੀ ਲੋਕਾਂ ਦੇ ਵੀ ਹੱਕ ਵਿੱਚ ਹੈ। ਤੇ ਦੂਸਰੇ ਪਾਸੇ ਜਿਹੜੀ PC ਪਾਰਟੀ ਹੈ, ਕਿਉਂਕਿ ਉਹ ਕੋਈ ਵਧੀਆ ਲੀਡਰ ਨਹੀਂ ਪੇਸ਼ ਕਰ ਸਕੀ ਜਾਂ ਵਧੀਆ ਮੁੱਦੇ ਨਹੀਂ ਉਠਾ ਸਕੀ। ਸੋ ਇਸ ਕਰਕੇ ਜਿਹੜੇ ਸਰਵੇਖਣ ਨੇ ਉਹ ਇਹ ਆਏ ਨੇ ਕਿ ਜੇ ਇਲੈਕਸ਼ਨ ਹੁੰਦੀ ਹੈ ਤਾਂ ਜਿਹੜਾ ਲਿਬਰਲ ਗੌਰਮੈਂਟ ਆ ਉਹ ਵੱਡੀ ਜਿੱਤ ਹਾਸਲ ਕਰ ਸਕਦੀ ਹੈ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦਿਨਾਂ ਦੇ ਵਿੱਚ BC ਦੇ ਟੂਰ ਤੇ ਹਨ, ਤੇ ਕਿਵੇਂ ਉਸ ਤਰ੍ਹਾਂ ਜਿਹੜੀ ਹੈਗੀ ਸਕਾਈ ਟ੍ਰੇਨ
ਉਸ ਦੇ ਲਈ ਉਹਨਾਂ ਨੇ ਬੜੀ ਵੱਡੀ ਫੰਡਿੰਗ ਦੀ ਜਿਹੜੀ ਹੈਗੇ ਫੰਡਿੰਗ ਦਾ ਐਲਾਨ ਕੀਤਾ ਹੈ, ਤੇ ਜਿਸ ਤਰ੍ਹਾਂ ਵੱਡੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੇ ਨੇ। ਸੋ ਦੋਸਤੋ, ਇਹ ਸਾਰੇ ਸੰਕੇਤ ਨੇ ਸਾਨੂੰ ਕੈਨੇਡਾ ਨਿਵਾਸੀਆਂ ਨੂੰ ਕੋਵਿਡ ਤੋਂ ਬਾਅਦ ਜਿਹੜੀ ਅਗਲੀ ਇਲੈਕਸ਼ਨ ਹੈ ਫੈਡਰਲ ਇਲੈਕਸ਼ਨ, ਤਾਂ ਉਹਦੇ ਲਈ ਵੀ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ। ਸੋ ਦੋਸਤੋ, ਇੱਕ ਮੈਂ ਬੜੇ ਦੁੱਖ ਨਾਲ ਖਬਰ ਪੇਸ਼ ਕਰ ਰਿਹਾ। ਵੈਸੇ ਤਾਂ ਤੁਸੀਂ ਸਾਰਿਆਂ ਨੇ ਸੁਣ ਲਈ ਹੋਵੇਗੀ, ਲੇਕਿਨ ਫਿਰ ਵੀ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬਾਕੀ ਤੁਹਾਡੇ ਨਾਲ ਸਰਗਰਮੀਆਂ ਦੱਸਦੇ ਹਾਂ ਤਾਂ ਖਬਰਾਂ ਦਾ ਵੀ ਜਿਹੜਾ ਰਿਵਿਊ ਆ ਉਹ ਕਰਦੇ ਹਾਂ ਤੇ ਉਸ 'ਤੇ ਆਪਣੀਆਂ ਟਿੱਪਣੀਆਂ ਦਿੰਦੇ ਹਾਂ। ਸੋ ਪਿਛਲੇ ਦਿਨੀ ਦੋਸਤੋ, ਭਾਰਤ ਦੇ ਬਹੁਤ ਹੀ ਮਸ਼ਹੂਰ ਅਦਾਕਾਰ ਬਾਲੀਵੁੱਡ ਦੇ ਦਲੀਪ ਕੁਮਾਰ ਸਾਹਿਬ ਨਹੀਂ ਰਹੇ। ਸੋ ਮੈਂ ਜਾਣਦਾ ਹਾਂ, ਜਦੋਂ ਆਪਣਾ ਬਚਪਨ ਮੈਨੂੰ ਯਾਦ ਆਉਂਦਾ ਹੈ ਤੇ ਜਦੋਂ ਕਿਤੇ ਉਦੋਂ ਸਾਡੇ ਤੋਂ ਜਿਹੜੀ ਵੱਡੀ ਪੀੜ੍ਹੀ ਸੀਗੀ ਉਹ ਗੱਲ ਕਰਦੇ ਸੀ, ਕਿਸੇ ਅਦਾਕਾਰ ਦੀ ਗੱਲ ਕਰਦੇ ਸੀ। ਸਾਡੇ ਸਮੇਂ ਦੇ ਵਿੱਚ ਭਾਵੇਂ ਅਮਿਤਾਭ ਬੱਚਨ, ਧਰਮਿੰਦਰ, ਰਾਜੇਸ਼ ਖੰਨਾ ਇਹ ਸਾਰੇ ਅਦਾਕਾਰ ਆ ਚੁੱਕੇ ਸਨ, ਪਰ ਜਦੋਂ ਉਸ ਪੀੜ੍ਹੀ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸੀ ਵੀ ਨਹੀਂ, ਦਲੀਪ ਕੁਮਾਰ ਵਰਗਾ ਅਦਾਕਾਰ ਹੈ ਜਿਹੜਾ ਕੋਈ ਨਹੀਂ। ਸੋ ਦਲੀਪ ਕੁਮਾਰ ਨੂੰ ਟ੍ਰੈਜਡੀ ਕਿੰਗ ਦੇ ਤੌਰ ਤੇ ਜਾਣਿਆ ਜਾਂਦਾ ਸੀ, ਤਾਂ ਦੁਖਾਂਤ ਨੂੰ ਇੰਨੇ ਵਧੀਆ ਤਰੀਕੇ ਨਾਲ ਪੇਸ਼ ਕਰਦੇ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਉਸ ਦੁਖਾਂਤ ਦੇ ਵਿੱਚ ਉਹ ਆਪ ਹੀ ਡੁੱਬੇ ਹੋਏ ਨੇ। ਸੋ ਇਹੀ ਇੱਕ ਅਦਾਕਾਰ ਦੀ ਪਛਾਣ ਹੁੰਦੀ ਹੈ ਕਿ ਜਿਸ ਤਰ੍ਹਾਂ ਦਾ ਰੋਲ ਉਹਨੂੰ ਮਿਲੇ ਸੋ ਉਸ ਰੋਲ ਦੇ ਵਿੱਚ ਉਹ ਪੂਰਾ ਖੁੱਭ ਜਾਵੇ। ਸੋ ਦਲੀਪ ਕੁਮਾਰ ਹੈ ਜਿਹੜਾ, ਉਹਨਾਂ ਦਾ ਜਨਮ ਜਿਹੜਾ ਹੈਗਾ 11 ਦਸੰਬਰ 1922 ਨੂੰ ਪਾਕਿਸਤਾਨ ਦਾ ਹੁਣ ਦਾ ਜਿਹੜਾ ਇਲਾਕਾ ਅਣਵੰਡਾ ਜਿਹੜਾ ਭਾਰਤ ਸੀ ਉਹਦੇ ਪਿਸ਼ਾਵਰ ਵਿੱਚ ਹੋਇਆ ਸੀ। ਤੇ ਉਸ ਤੋਂ ਬਾਅਦ ਉਹ ਮੁੰਬਈ ਆ ਗਏ ਤੇ ਉਸ ਵਕਤ ਉਹਨਾਂ ਦੀ ਉਮਰ ਤਕਰੀਬਨ 22 ਸਾਲ ਦੀ ਹੋਊਗੀ। ਸੋ ਪਿਛਲੇ ਦਿਨੀ ਉਹ ਬਹੁਤ ਗੂੜੀਆਂ ਪੈੜਾਂ ਛੱਡਦੇ ਸਿਨੇਮਾ ਦੇ ਖੇਤਰ ਦੇ ਵਿੱਚ, ਬਾਲੀਵੁੱਡ ਦੇ ਵਿੱਚ, ਤੋਂ 7 ਜੁਲਾਈ 2021 ਨੂੰ ਤੋਂ ਹਮੇਸ਼ਾ ਲਈ ਅਲਵਿਦਾ ਲੈ ਗਏ। ਸੋ ਉਹਨਾਂ ਦੇ ਜਾਣ ਤੋਂ ਬਾਅਦ ਸਮੁੱਚਾ ਜਿਹੜਾ ਫਿਲਮ ਭਾਈਚਾਰਾ ਹੈਗਾ, ਜਾਂ ਅਦਾਕਾਰ ਨੇ, ਕਲਾਕਾਰ ਨੇ, ਜਾਂ ਉਸ ਦੌਰ ਦੇ ਲੋਕ ਸੀ, ਜਾਂ ਸਮੁੱਚੇ ਜਿਹੜੇ ਦਰਸ਼ਕ ਸੀ, ਵੱਡੇ ਵੱਡੇ ਅਦਾਕਾਰ ਸੀ, ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਗਹਿਰਾ ਸਦਮਾ ਲੱਗਾ। ਸੋ ਇਹ ਜਿਹੜੇ ਸਾਡੇ ਦਲੀਪ ਕੁਮਾਰ ਸਾਹਿਬ ਸਨ, ਸੋ ਇਹਨਾਂ ਦਾ ਜਿਹੜਾ ਅਸਲੀ ਨਾਂ ਸੀ ਉਹ ਯੂਸਫ ਮੁਹੰਮਦ ਖਾਨ ਸੀ, ਤੇ ਜਿਹੜਾ ਇਹ ਦਲੀਪ ਕੁਮਾਰ ਨਾਂ ਹੈ ਇਹਨਾਂ ਦਾ ਫਿਲਮੀ ਨਾਮ ਸੀ। ਸੋ ਇਹਨਾਂ ਦੀ ਜਿਹੜੀ ਪਤਨੀ ਹੈ ਸਾਇਰਾ ਬਾਨੋ, ਤਾਂ ਉਹਨਾਂ ਦੇ ਨਾਲ ਇਹਨਾਂ ਦਾ ਦੂਸਰਾ ਵਿਆਹ ਸੀ। ਸੋ ਜਿਹੜੀਆਂ ਦੋ ਅਦਾਕਾਰਾਂ ਨਾਲ ਇਹ ਕਾਫੀ ਮਸ਼ਹੂਰ ਹੋਏ ਤੇ ਇਹਨਾਂ ਦੇ ਨਾਲ ਅਕਸਰ ਆਉਂਦੀਆਂ ਰਹੀਆਂ, ਤਾਂ ਉਹਨਾਂ ਦੇ ਵਿੱਚ ਸਾਇਰਾ ਬਾਨੋ, ਮਧੂਬਾਲਾ ਤੇ ਇਹ ਕਾਫੀ ਜਿਹੜੀਆਂ ਮਸ਼ਹੂਰ ਸਨ। ਤੇ ਇਸੇ ਪ੍ਰਕਾਰ ਜਿਹੜੀਆਂ ਇਹਨਾਂ ਦੀਆਂ ਫਿਲਮਾਂ ਨੇ, ਆਪਾਂ ਉਹਨਾਂ ਦੀ ਕੁਛ ਗੱਲ ਕਰ ਲਈਏ, ਕਿਉਂਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਹੁਣ ਉਹ ਸਾਡੇ ਪੁਰਾਣੇ ਅਦਾਕਾਰਾਂ ਨੂੰ ਨਹੀਂ ਜਾਣਦੀ, ਲੇਕਿਨ ਜੇ ਤੁਸੀਂ ਇਸ ਸਿਨੇਮਾ ਜਗਤ ਦਾ ਇਤਿਹਾਸ ਜਾਣਨਾ ਹੈ ਤਾਂ ਸਾਨੂੰ ਉਹ ਫਿਲਮਾਂ ਵੀ ਦੇਖਣੀਆਂ ਪੈਣਗੀਆਂ। ਸੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਹਿਲਾਂ ਜਦੋਂ ਸਿਨੇਮੇ ਦੀ ਸ਼ੁਰੂਆਤ ਹੋਈ ਹੈ ਤੇ ਉਦੋਂ ਜਿਹੜੀਆਂ ਗੂੰਗੀਆਂ ਫਿਲਮਾਂ ਹੁੰਦੀਆਂ ਸੀਗੀਆਂ, ਸਿਰਫ ਅਦਾਕਾਰੀ ਹੁੰਦੀ ਸੀ, ਉਹ ਆਵਾਜ਼ ਨਹੀਂ ਸੀ। ਫਿਰ ਆਵਾਜ਼ ਆਈ, ਫਿਰ ਬਲੈਕ ਐਂਡ ਵਾਈਟ ਫਿਲਮਾਂ ਹੁੰਦੀਆਂ ਸੀ, ਫਿਰ ਈਸਟਮੈਨ ਕਲਰ ਫਿਲਮਾਂ ਆਈਆਂ ਸਾਡੇ ਬਚਪਨ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਆ ਰਹੀਆਂ ਸੀ, ਤੇ ਫਿਰ ਕਲਰਡ ਫਿਲਮਾਂ ਆਈਆਂ। ਹੁਣ ਤਾਂ ਜਿਹੜੀ ਟੈਕਨੋਲੋਜੀ ਆ ਬਹੁਤ ਐਡਵਾਂਸ ਹੋ ਗਈ, ਲੇਕਿਨ ਉਸ ਵਕਤ ਜਦੋਂ ਤੁਹਾਡੇ ਕੋਲ ਇਹ ਇਫੈਕਟ ਨਹੀਂ ਸੀ ਪਾਏ ਜਾਂਦੇ ਫਿਲਮਾਂ 'ਚ, ਜਦੋਂ ਤੁਹਾਡੇ ਕੋਲ ਇਹ ਤਰੱਕੀ ਨਹੀਂ ਸੀ, ਉਦੋਂ ਇੱਕ ਜਿਹੜੀ ਅਦਾਕਾਰ ਦੀ ਜਿਹੜੀ ਐਕਟਿੰਗ ਹੈ ਜਾਂ ਕਹਾਣੀ ਹੈ, ਸੋ ਬਹੁਤ ਹੀ ਸਟਰੋਂਗ ਚਾਹੀਦੀ ਸੀ, ਤਾਂ ਹੀ ਤੁਸੀਂ ਜਿਹੜਾ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾ ਸਕਦੇ ਸੀ। ਤੋਂ ਇਹਨਾਂ ਦੀਆਂ ਜਿਹੜੀਆਂ ਮਸ਼ਹੂਰ ਮੂਵੀਆਂ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ। ਸੋ ਜਵਾਰ ਭਾਟਾ, ਅੰਦਾਜ਼, ਆਨ, ਦਾਗ, ਦੇਵਦਾਸ, ਆਜ਼ਾਦ, ਮੁਗਲ ਆਜ਼ਮ ਤਾਂ ਬਹੁਤ ਕਮਾਲ ਦੀ ਮੂਵੀ ਹੈ। ਸੋ ਗੰਗਾ ਜਮਨਾ, ਰਾਮ ਔਰ ਸ਼ਾਮ, ਕ੍ਰਾਂਤੀ, ਸ਼ਕਤੀ, ਮਿਸਾਲ, ਕਰਮਾ, ਸੁਦਾਗਰ, ਤੇ ਅੰਤਮ ਉਹਨਾਂ ਦੀ ਮੂਵੀ ਸੀਗੀ ਕਿਲਾ। ਸੋ ਇਹਨਾਂ ਨੇ 1944 ਤੋਂ ਲੈ ਕੇ 1998 ਤੱਕ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਸੋ ਅਸੀਂ ਅਦਾਰਾ ਸਮੇਲ ਵੱਲੋਂ, ਸਾਡੀ ਆਪਣੀ ਪੌਡਕਾਸਟ ਵੱਲੋਂ ਸੋ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਸੋ ਦੋਸਤੋ, ਦੁਨੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸੋ 7 ਜੁਲਾਈ ਨੂੰ ਜਿਸ ਦਿਨ ਦਲੀਪ ਕੁਮਾਰ ਸਾਹਿਬ ਦੀ ਮੌਤ ਹੋਈ ਸੀ, ਸੋ ਉਸੇ ਵਕਤ ਜਿਹੜਾ ਹੇਟੀ ਮੁਲਕ ਹੈ ਸਾਡੇ ਇੱਥੇ ਨਜ਼ਦੀਕ ਹੀ, ਤਾਂ ਉੱਥੇ ਜਿਹੜਾ ਹੈਗਾ ਉੱਥੋਂ ਦੇ ਰਾਸ਼ਟਰਪਤੀ ਨੂੰ ਕਤਲ ਕਰ ਦਿੱਤਾ ਗਿਆ। ਸੋ ਅਸੀਂ ਦੋਸਤੋ ਡੈਮੋਕ੍ਰੇਸੀ ਦੇ ਯੁੱਗ ਦੇ ਵਿੱਚ ਰਹਿ ਰਹੇ ਹਾਂ।
ਸੋ ਬਹੁਤ ਸਾਰੀ ਵਿਚਾਰਧਾਰਾ ਸਾਡੀ ਜਿਹੜੀ ਹੈਗੀ ਆ ਉਹ ਦੂਸਰੇ ਲੋਕਾਂ ਨਾਲ ਨਹੀਂ ਮਿਲਦੀ ਹੋ ਸਕਦੀ। ਤੋ ਸਾਡੇ ਕੋਲ ਜਿਹੜਾ ਵੋਟ ਦਾ ਹੱਕ ਹੈ, ਲੇਕਿਨ ਅਜੇ ਵੀ ਜਿਹੜੇ ਕਈ ਕੰਟਰੀ ਨੇ ਉੱਥੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਆਪਾਤਾਪੀ ਜਾਂ ਇਸ ਤਰ੍ਹਾਂ ਦੀ ਅਪਰੈਸਟ ਜਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਦੁਖਾਂਤ ਦੇਖਣ ਨੂੰ ਮਿਲਦਾ ਹੈ। ਸੋ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਸਨ, ਤੋ ਜਿਨ੍ਹਾਂ ਦਾ ਨਾਮ ਸੀ ਜੋਵਨਲ ਸੋਏਮ, ਸੋ ਉਹਨਾਂ ਦਾ ਜਿਹੜਾ ਕਤਲ ਹੈ, ਜੋਵਨਲ ਮੋਇਸ, ਉਹਨਾਂ ਦਾ ਜਿਹੜਾ ਕਤਲ ਹੈ ਉਹ ਹੋ ਗਿਆ। ਤੇ ਇਹ ਇਹਨਾਂ ਦਾ ਜਿਹੜਾ ਜਨਮ ਸੀ ਤੇ 26 ਜੂਨ 1968 ਨੂੰ ਹੋਇਆ ਸੀ। ਤੋ 7 ਜੁਲਾਈ 2017 ਨੂੰ ਇਹ ਇਲੈਕਸ਼ਨ ਜਿੱਤ ਕੇ ਰਾਸ਼ਟਰਪਤੀ ਬਣੇ। ਲੇਕਿਨ ਜਿਹੜੀ ਉੱਥੇ ਬਗਾਵਤ ਹੈ ਉਸਨੇ ਜਨਮ ਲੈ ਲਿਆ। ਤਾਂ 2019 ਦੇ ਵਿੱਚ ਜਿਹੜੀ ਬਗਾਵਤ ਹੈ ਉਹ ਸ਼ੁਰੂ ਹੋਈ, ਜੋ ਵੱਧਦੀ ਚਲੀ ਗਈ ਤੇ ਲੋਕਾਂ ਦੇ ਵਿੱਚ ਰੋਸ ਸੀ। ਤੇ ਉੱਥੇ ਬਹੁਤ ਸਾਰੇ ਜਿਹੜੇ ਗੈਂਗ ਨੇ ਉਹ ਭਾਵੇਂ ਤੁਸੀਂ ਮੈਕਸੀਕਾ ਦੇਖ ਲਓ, ਹੇਟੀ ਦੇਖ ਲਓ ਜਾਂ ਹੋਰ ਮੁਲਕ ਦੇਖ ਲਓ। ਸੋ ਇਹ ਜਿਹੜੇ ਗੈਂਗ ਨੇ ਇਹ ਫਿਰ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਉਹ ਕਰਦੇ ਨੇ। ਸੋ ਉਹਨਾਂ ਦੇ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ। ਸੋ ਹੁਣ ਅੰਤਮ ਖਬਰਾਂ ਮਿਲਣ ਤੱਕ ਜਿਹੜੇ ਕਾਫੀ ਸਾਰੇ ਲੋਕ ਨੇ ਉਹ ਫੜੇ ਵੀ ਨੇ ਤੇ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਜਿਹੜੀ ਹੇਟੀ ਦੀ ਗੌਰਮੈਂਟ ਜਾਂ ਪੁਲਿਸ ਜਿਹੜੀ ਹੈਗੀ ਹੈ ਤੇ ਉਸਨੇ ਅਮਰੀਕਾ ਤੋਂ ਅਤੇ ਹੋਰ ਕੰਟਰੀਆਂ ਤੋਂ ਸਹਿਯੋਗ ਮੰਗਿਆ ਹੈ ਕਿ ਉਹਨਾਂ ਦੇ ਰਾਸ਼ਟਰ ਨੂੰ ਮੁੜ ਲੀਹ ਤੇ ਲੈ ਕੇ ਆਉਣ ਲਈ ਜਾਂ ਇਹਨਾਂ ਕਾਤਲਾਂ ਨੂੰ ਭਾਲਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ। ਸੋ ਇਸੇ ਤਰ੍ਹਾਂ ਦੋਸਤੋ, ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਦੇ ਹਾਲਾਤ ਹਨ ਤੇ ਰਹੇ ਹਨ। ਤੇ ਅਫਗਾਨਿਸਤਾਨ ਦੇ ਵਿੱਚ ਜਦੋਂ ਤੁਸੀਂ ਪਿਛਲੇ ਇਤਿਹਾਸ ਤੇ ਨਿਗਾਹ ਮਾਰਦੇ ਹੋ, ਅਸ਼ੋਕਾ ਤੋਂ ਲੈ ਕੇ ਲਾ ਲਓ 2000 ਸਾਲ ਪਹਿਲਾਂ ਤੋਂ ਲਾ ਲਓ, ਤਾਂ ਉੱਥੇ ਕਦੇ ਵੀ ਜਿਹੜੀ ਹੈ ਸ਼ਾਂਤੀ ਨਹੀਂ ਆਈ। ਉੱਥੇ ਹਮੇਸ਼ਾ ਜਿਹੜੇ ਹਮਲਾਵਰ ਨੇ ਕੋਈ ਨਾ ਕੋਈ ਉਹ ਹਮਲਾ ਕਰਕੇ ਉਸ ਖਿੱਤੇ ਨੂੰ ਆਪਣੇ ਕਬਜ਼ੇ 'ਚ ਲੈਂਦਾ ਰਿਹਾ। ਉੱਥੇ ਬਹੁਤ ਸਾਰਾ, ਮੇਰਾ ਖਿਆਲ ਹੈ ਬਹੁਤ ਸਾਰਾ ਲਹੂ ਡੁੱਲਿਆ, ਬਹੁਤ ਸਾਰੀਆਂ ਲੜਾਈਆਂ ਹੋਈਆਂ ਨੇ, ਕਿਉਂਕਿ ਅਫਗਾਨਿਸਤਾਨ ਇੱਕ ਇਸ ਤਰ੍ਹਾਂ ਦਾ ਦਰਵਾਜ਼ਾ ਸੀ। ਤੇ ਜਦੋਂ ਲੋਕ ਅਰਬ ਤੋਂ ਆਉਂਦੇ ਸੀ, ਤੁਰਕ ਕਹਿ ਲਓ ਜਾਂ ਤੁਸੀਂ ਕਹਿ ਲਓ ਬਈ ਹੋਰ ਜਿਹੜਾ ਉਸ ਵਕਤ ਜਿੰਨੇ ਵੀ ਹਮਲਾਵਰ ਆਏ, ਭਾਵੇਂ ਉਹ ਸਿਕੰਦਰ ਆਇਆ, ਉਹਨਾਂ ਨੂੰ ਸਾਰਿਆਂ ਨੂੰ ਇਸੇ ਰਸਤੇ ਲੰਘਣਾ ਪੈਂਦਾ ਸੀ। ਉਹ ਸਭ ਤੋਂ ਪਹਿਲਾਂ ਜਿਹੜਾ ਉਹ ਅਫਗਾਨਿਸਤਾਨ ਨੂੰ ਦਰੜਦੇ ਸਨ। ਸੋ ਫਿਰ ਇੱਕ ਅਜਿਹਾ ਸਮਾਂ ਆਇਆ ਕਿ ਜਿਹੜੀਆਂ, ਕਿਉਂਕਿ ਉਹ ਇੱਕ ਦਰਵਾਜ਼ਾ ਹੈ, ਉਹਨੂੰ ਬੰਦ ਕਰਨ ਦੀ ਜ਼ਰੂਰਤ ਹੈ। ਤੋ ਜਿਹੜੇ ਵੱਡੇ ਕੰਟਰੀ ਨੇ ਉਹ ਚਾਹੁੰਦੇ ਨੇ ਕਿ ਸਾਡਾ ਉੱਥੇ ਕਬਜ਼ਾ ਰਹੇ। ਤੇ ਕਦੇ ਉਸ ਨੂੰ ਰਸ਼ੀਆ ਨੇ ਦੱਬ ਲਿਆ, ਕਦੇ ਉਸ ਨੂੰ ਅਮਰੀਕਾ ਨੇ ਦੱਬ ਲਿਆ, ਕਦੇ ਕਿਸੇ ਨੇ ਪ੍ਰਭਾਵ ਪਾ ਲਿਆ, ਕਦੇ ਕਿਸੇ ਨੇ ਪ੍ਰਭਾਵ ਪਾ ਲਿਆ। ਸੋ ਇਹ ਜਿਹੜੇ ਉੱਥੇ ਜਿਹੜੇ ਬਾਗੀ ਧੜੇ ਨੇ ਉਹਨਾਂ ਨੂੰ ਉਭਾਰਨ ਦੇ ਵਿੱਚ ਵੀ ਜਦੋਂ ਇੱਕ ਧੜੇ ਦਾ ਕਬਜ਼ਾ ਹੋ ਜਾਂਦਾ, ਜਿਵੇਂ ਉੱਥੇ ਰੂਸ ਦਾ ਕਬਜ਼ਾ ਸੀਗਾ, ਤੇ ਉਦੋਂ ਅਮਰੀਕਾ ਨੇ ਉੱਥੋਂ ਰੂਸ ਦਾ ਕਬਜ਼ਾ ਛਡਾਉਣ ਲਈ ਜਿਹੜੇ ਤਾਲਿਬਾਨ ਸੀਗੇ ਤੇ ਉਹਨਾਂ ਨੂੰ ਉੱਥੇ ਖੜਾ ਕੀਤਾ। ਤਾਂ ਉਹ ਤਾਂ ਕਿ ਜਿਹੜਾ ਹੈਗਾ ਉਹ ਰੂਸ ਦੇ ਲੋਕ ਜਿਹੜੀ ਪਾਵਰਫੁਲ ਲੋਕ ਨੇ ਉਹਨਾਂ ਨਾਲ ਲੜ ਸਕਣ, ਉਹਨਾਂ ਨੂੰ ਹਥਿਆਰ ਵੀ ਦਿੱਤੇ ਗਏ। ਲੇਕਿਨ ਹੁਣ ਜਿਹੜੇ ਉਹ ਹਨ ਉਹ ਫਿਰ ਇਹਨਾਂ ਦੇ ਕਾਬੂ ਤੋਂ ਬਾਹਰ ਹੋ ਗਏ। ਇਹਨਾਂ ਨੂੰ ਹੀ ਅੱਖਾਂ ਦਿਖਾਉਣ ਲੱਗ ਪਏ, ਇਹਨਾਂ ਤੇ ਹੀ ਹਮਲੇ ਕਰਨ ਲੱਗ ਪਏ ਤੇ ਮੁੜ ਕੇ ਉਹਨਾਂ ਦੇ ਬਹਾਨੇ ਅਮਰੀਕਾ ਨੇ ਅਫਗਾਨਿਸਤਾਨ ਨੂੰ ਦੱਬ ਲਿਆ। ਸਟਿਲ ਅਜੇ ਤੱਕ ਅਮਰੀਕਾ ਦੇ ਜਿਹੜੇ ਉੱਥੇ ਬੇਸ ਨੇ ਉਹ ਬਣੇ ਹੋਏ ਨੇ, ਫੌਜੀ ਨੇ ਅਜੇ ਵੀ ਉੱਥੇ ਜਿਹੜੇ ਹਨ ਉਹ ਠਹਿਰੇ ਹੋਏ ਨੇ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਹੌਲੀ ਹੌਲੀ ਜਿਹੜੀ ਅਮਰੀਕਾ ਨੇ ਉਹ ਭਾਵੇਂ ਆਪਣੇ ਬੰਦੇ ਉੱਥੇ ਆਪਣੀਆਂ ਫੌਜਾਂ, ਆਪਣੇ ਟਰੂਪਸ ਵਾਪਸ ਬੁਲਾਉਣੇ ਸ਼ੁਰੂ ਕਰ ਲਏ। ਲੇਕਿਨ ਇੱਕ ਵਾਰ ਜਿਹੜੇ ਤਾਲਿਬਾਨ ਨੇ ਉਹਨਾਂ ਨੇ ਫਿਰ ਇਹ ਐਲਾਨ ਕਰ ਦਿੱਤਾ ਕਿ ਜਿਹੜਾ 85% ਮੁਲਕ ਦਾ ਹਿੱਸਾ ਹੈ ਇਸ ਵਕਤ ਉਹਨਾਂ ਦੇ ਕਬਜ਼ੇ ਵਿੱਚ ਹੈ। ਸੋ ਦੋਸਤੋ, ਅਫਗਾਨਿਸਤਾਨ ਭਾਵੇਂ ਉੱਥੇ ਸਭਿਅਤਾ ਦਾ ਪੰਘੂੜਾ ਕਿਹਾ ਜਾ ਸਕਦਾ ਹੈ, ਕਿਉਂਕਿ ਸਾਰਾ ਜਿੱਥੇ ਇੰਡਸ ਵੈਲੀ ਆਪਾਂ ਕਹਿੰਦੇ ਆ ਉਹ ਇਲਾਕਾ, ਜਾਂ ਕਹਿ ਲਓ ਪਿਸ਼ਾਵਰ ਨਾਲ ਲੱਗਦਾ ਜਾਂ ਹੋਰ ਜਿਹੜੇ ਏਰੀਏ ਨੇ, ਉੱਥੋਂ ਸਾਡੀਆਂ ਸਭਿਅਤਾਵਾਂ ਦੀ ਸ਼ੁਰੂਆਤ ਹੋਈ ਹੈ। ਤਾਂ ਉੱਥੇ ਜਿਹੜਾ ਕਦੇ ਉਸ ਏਰੀਏ ਦੇ ਵਿੱਚ ਜਿਹੜੀ ਹੈਗੀ ਆ ਉਹ ਟੈਕਸਲਾ ਯੂਨੀਵਰਸਿਟੀ, ਜਾਂ ਉੱਥੇ ਬੜੇ ਬੜੇ ਵਿਦਵਾਨ ਹੋਏ ਨੇ, ਜਾਂ ਉੱਥੇ ਤੁਸੀਂ ਕਹਿ ਲਓ ਵੀ ਬੁੱਧ ਦਾ ਪ੍ਰਭਾਵ ਬੜਾ ਰਿਹਾ। ਬੜੇ ਬੜੇ ਬੁੱਧ ਸਪੂਤ ਅਫਗਾਨਿਸਤਾਨ 'ਚ ਸਨ। ਬੜੇ ਬੜੇ ਰਾਜਿਆਂ ਮਹਾਰਾਜਿਆਂ ਨੇ ਉੱਥੇ ਰਾਜ ਕੀਤਾ, ਬੜੇ ਸ਼ਾਨਦਾਰ ਉੱਥੇ ਕਿਲੇ ਸਨ। ਲੇਕਿਨ ਅੱਜ ਉਹ ਮੁਲਕ ਜਿਹੜਾ ਇੱਕ ਖੰਡਰ ਤੇ ਗਰੀਬੀ ਦੇ ਵਿੱਚ ਜੂਝ ਰਿਹਾ। ਉੱਥੇ ਜਿਹੜਾ ਹੈਗਾ ਵਿੱਦਿਆ ਦਾ ਮਿਆਰ ਬਹੁਤ ਘੱਟ ਹੈ। ਖੇਡਾਂ ਦੇ ਖੇਤਰ 'ਚ ਉਹ ਅੱਗੇ ਨਹੀਂ ਹੈਗਾ, ਸਿਹਤ ਦੇ ਖੇਤਰ ਦੇ ਵਿੱਚ ਉਹ ਅੱਗੇ ਨਹੀਂ ਹੈਗਾ, ਔਰਤਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਸੋ ਇਹ ਜਿਹੜੇ ਕੱਟੜਪੰਥੀ ਲੋਕ ਨੇ ਇਹ ਔਰਤਾਂ ਦੀ ਪੜ੍ਹਾਈ ਤੇ ਔਰਤਾਂ ਦੀ ਤਰੱਕੀ ਦੇ ਬਹੁਤ ਖਿਲਾਫ ਨੇ। ਸੋ ਅਗਰ ਇਹ ਫੇਰ ਭਾਰੂ ਹੋ ਜਾਂਦੇ ਨੇ ਤਾਂ ਇੱਥੇ ਜਿਹੜਾ ਇਹ ਖਿੱਤਾ ਫੇਰ ਪ੍ਰਭਾਵਿਤ ਹੋਵੇਗਾ, ਤਾਂ ਅਫਗਾਨਿਸਤਾਨ ਫੇਰ ਹੈ ਜਿਹੜਾ ਉਹ ਪਿੱਛੇ ਰਹਿ ਜਾਵੇਗਾ। ਕੱਟੜਵਾਦ ਫੇਰ ਹੈ ਜਿਹੜਾ ਉਹ ਸਿਰ ਚੁੱਕੇਗਾ। ਸੋ ਇਹਨਾਂ ਲੋਕਾਂ ਨਾਲ ਕੋਈ ਗੱਲ ਕਰਨੀ ਚਾਹੀਦੀ ਹੈ ਤੇ ਉੱਥੇ ਜਿਹੜਾ ਮੁਲਕ ਦੇ ਵਿੱਚ ਜਿਹੜੀ ਲੋਕਾਂ ਦੀ ਕੋਈ ਸਰਕਾਰ ਆਵੇ ਤਾਂ ਉਹ ਲੋਕਾਂ ਦੇ ਤਰੱਕੀ ਵਾਸਤੇ, ਬੱਚੇ ਜਿਹੜੇ ਹਨ ਉਹਨਾਂ ਵਾਸਤੇ, ਔਰਤਾਂ ਵਾਸਤੇ ਜਿਹੜਾ ਕੰਮ ਕਰੇ।
ਸੋ ਇਸੇ ਤਰ੍ਹਾਂ ਤੁਸੀਂ ਨਾਈਜੀਰੀਆ ਦੇ ਵਿੱਚ ਵੀ ਸੁਣਿਆ। ਸੋ ਨਾਈਜੀਰੀਆ ਦੇ ਵਿੱਚ ਜਿਹੜੀਆਂ ਸਕੂਲਾਂ ਦੇ ਵਿੱਚ ਪੜ੍ਹਦੀਆਂ ਕੁੜੀਆਂ ਨੂੰ ਆਏ ਦਿਨ ਅਗਵਾ ਹੋ ਜਾਂਦੀਆਂ ਨੇ, ਤੇ ਪਿਛਲੇ ਦਿਨ ਉੱਥੇ ਵੀ ਜਿਹੜੇ ਕਾਫੀ ਸਾਰੇ ਵਿਦਿਆਰਥੀ ਨੇ ਉਹ ਅਗਵਾ ਕਰ ਲਏ ਗਏ। ਮੇਰਾ ਹੁਣ ਸਵਾਲ ਇੱਥੇ ਹੈ ਕਿ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ, UNO ਹੈਗੀ ਹੈ ਜਾਂ ਹੋਰ ਹੈ, ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਇਹ ਕੀ ਕਰਦੀਆਂ ਨੇ? ਕੀ ਇਹਨਾਂ ਦਾ ਕੋਈ ਪ੍ਰਭਾਵ ਨਹੀਂ? ਕੀ ਇਹ ਮੁਲਕਾਂ ਨੂੰ ਇਸ ਤਰ੍ਹਾਂ ਕਰਨ ਤੋਂ ਜਾਂ ਇਸ ਤਰ੍ਹਾਂ ਦੇ ਧੜੇ ਨੇ ਇਹਨਾਂ ਨੂੰ ਸਟਾਪ ਨਹੀਂ ਕਰ ਸਕਦੇ? ਜਿਹੜੇ ਗੈਂਗ ਨੇ ਜਾਂ ਜਿਹੜੇ ਇਹ ਅਪਰਾਧਿਕ ਬਿਰਤੀ ਵਾਲੇ ਲੋਕ ਨੇ ਜਾਂ ਜਿਹੜਾ ਕੱਟੜਵਾਦ ਹੈ, ਇਹਦਾ ਸੰਸਾਰ ਕੋਈ ਹੱਲ ਨਹੀਂ ਲੱਭ ਸਕਦਾ ਤਾਂ ਕਿ ਜਿਹੜੀਆਂ ਔਰਤਾਂ ਨੇ, ਬੱਚੇ ਨੇ, ਉਹ ਸੁਰੱਖਿਅਤ ਰਹਿ ਸਕਣ ਤੇ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਨੇ ਜਿਹੜੇ ਉਹ ਮਿਲ ਸਕਣ। ਸੋ ਸਾਡੀ ਇਹੋ ਬੇਨਤੀ ਹੈ ਕਿ ਇਹਦੇ ਬਾਰੇ ਵੱਡੀਆਂ ਤਾਕਤਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹੈ। ਸੋ ਹੁਣ ਆਪਾਂ ਚੰਗੀ ਖਬਰ ਵੀ ਸਾਂਝੀ ਕਰ ਰਹੇ ਹਾਂ। ਕੈਨੇਡਾ ਦੋਸਤੋ ਜਲਦੀ ਹੀ ਰੀਓਪਨਿੰਗ ਦੀ ਤੀਸਰੀ ਸਟੇਜ ਦੇ ਵਿੱਚ ਦਾਖਲ ਹੋਣ ਜਾ ਰਿਹਾ ਹੈ। ਸੋ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 2 ਹਫ਼ਤਿਆਂ ਤੋਂ ਜਿਹੜੇ ਕੇਸ ਨੇ ਉਹ ਲਗਾਤਾਰ ਘਟ ਕੇ ਨਾ ਮਾਤਰ ਹੀ ਰਹਿ ਗਏ ਨੇ, ਤੇ ਹੁਣ ਜਿਹੜੇ ਬਿਜ਼ਨਸ ਬੰਦ ਪਏ ਸੀ ਉਹਨਾਂ ਨੂੰ ਖੁੱਲ੍ਹਾ ਦੇਣ ਦਾ ਸਮਾਂ ਆ ਗਿਆ ਹੈ। ਏਅਰਪੋਰਟਾਂ 'ਤੇ ਭੀੜਾਂ ਵਧਣ ਲੱਗੀਆਂ ਨੇ ਤੇ ਏਅਰਲਾਈਨਾਂ ਨੇ ਜਿਹੜੀਆਂ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਸ਼ੁਰੂ ਕਰ ਦਿੱਤੀਆਂ ਨੇ। ਸੋ ਏਅਰ ਕੈਨੇਡਾ ਨੇ ਪਿਛਲੇ ਦਿਨ ਐਲਾਨ ਕੀਤਾ, ਉਹਨੇ ਬਹੁਤ ਸਾਰੇ ਨਵੇਂ ਰੂਟ ਨੇ ਜਿਹੜੇ ਦੁਬਾਰਾ ਤੋਂ ਸ਼ੁਰੂ ਕਰ ਦਿੱਤੇ ਨੇ। ਭਾਵੇਂ ਇੰਡੀਆ ਵਾਲੀ ਫਲਾਈਟ ਆ ਜਿਹੜੀ ਇੱਥੋਂ ਸਿੱਧੀ ਦਿੱਲੀ ਨੂੰ ਜਾਂਦੀ ਸੀ, ਭਾਵੇਂ ਉਸਦਾ ਸਕੈਜੂਲ ਥੋੜਾ ਪਿੱਛੇ ਕਰ ਦਿੱਤਾ ਗਿਆ, ਉਹ ਅਗਸਤ ਦੇ ਵਿੱਚ ਚੱਲੂਗੀ, ਲੇਕਿਨ ਹੋਰ ਬਹੁਤ ਸਾਰੇ ਰੂਟ ਨੇ ਜਿਹੜੇ 15-16 ਰੂਟ ਨਵੇਂ ਉਹ ਹੈਗੇ ਨੇ, ਉਹ ਦੁਬਾਰਾ ਤੋਂ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਕਾਫੀ ਜਿਹੜੀ ਰੌਣਕ ਹੈ ਹੁਣ ਏਅਰਪੋਰਟ ਤੇ ਵਧਣੀ ਸ਼ੁਰੂ ਹੋ ਗਈ ਹੈ। ਸੋ ਤੀਸਰੀ ਸਟੇਜ ਖੋਲ੍ਹਣ ਦੇ ਨਾਲ ਤੇ ਜਿਹੜੇ ਰੈਸਟੋਰੈਂਟ ਨੇ ਤੇ ਜਿਮ ਨੇ ਉਹਦੇ ਅੰਦਰ ਬੈਠ ਕੇ ਲੋਕ ਜਿਵੇਂ ਰੈਸਟੋਰੈਂਟਾਂ 'ਚ ਖਾਣਾ ਖਾ ਸਕਣਗੇ ਤੇ ਜਿੰਮਾਂ ਦੇ ਅੰਦਰ ਜਾ ਸਕਣਗੇ, ਜਿਮ ਜਿਹੜੇ ਹੁਣ ਤੱਕ ਬੰਦ ਪਏ ਸੀ। ਸੋ ਇਸ ਕਰਕੇ ਤੁਸੀਂ ਭਾਈ ਤਿਆਰ ਕਰ ਲਓ ਆਪਦੇ ਬੈਗ ਵਗੈਰਾ, ਤੁਹਾਨੂੰ ਹੁਣ ਜਿਮ ਜਾਣ ਦਾ ਮੌਕਾ ਮਿਲ ਸਕਦਾ ਹੈ। ਸੋ ਇਸੇ ਪ੍ਰਕਾਰ ਘਰਾਂ ਦੇ ਅੰਦਰ 25 ਬੰਦੇ ਹੁਣ ਤੁਸੀਂ ਗੈਸਟ ਨੇ ਜਿਹੜੇ ਉਹ ਸੱਦ ਸਕਦੇ ਹੋ, 25 ਬੰਦੇ ਬੈਠ ਕੇ ਖਾ ਪੀ ਸਕਦੇ ਨੇ। ਤੇ ਘਰਾਂ ਤੋਂ ਬਾਹਰ 100 ਬੰਦੇ ਦਾ ਜਿਹੜਾ ਇਕੱਠ ਹੈ ਉਹ ਤੀਸਰੀ ਸਟੇਜ ਖੁੱਲ੍ਹਣ ਨਾਲ ਹੋ ਜਾਵੇਗਾ, ਪ੍ਰਵਾਨ ਕਰ ਲਵੇਗੀ ਗੌਰਮੈਂਟ ਉਸ ਨੂੰ। ਤੇ ਇਸ ਦੇ ਨਾਲ ਜਿਹੜੇ ਸਾਡੇ ਧਾਰਮਿਕ ਰਸਮਾਂ ਸੀਗੀਆਂ, ਵਿਆਹ ਸ਼ਾਦੀਆਂ ਤੇ ਹੁੰਦੇ ਇਕੱਠ ਸੀ ਜਾਂ ਸੰਸਕਾਰ ਸਮੇਂ ਅਸੀਂ ਜਾ ਨਹੀਂ ਸੀ ਸਕਦੇ, ਉਹ ਸਾਰੇ ਦੁਬਾਰਾ ਮੁੜ ਕੇ ਖੁੱਲ੍ਹ ਜਾਣਗੇ। ਤੇ ਜਿਹੜੇ ਧਾਰਮਿਕ ਸਮਾਗਮ ਨੇ ਉਹ ਵੀ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ। ਸੋ ਮਤਲਬ ਇਹ ਇੱਕ ਚੰਗਾ ਸੰਕੇਤ ਹੈ ਤੇ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ, ਇੱਕ ਇਨਕਮ ਦਾ ਸਾਧਨ ਹੈ ਜਿਹੜਾ ਉਹ ਬਣੇਗਾ। ਸੋ ਦੋਸਤੋ ਇੱਥੇ ਇੱਕ ਗੱਲ ਆਪਾਂ ਹੋਰ ਵੀ ਸਾਂਝੀ ਕਰਦੇ ਹਾਂ ਕਿ ਪਿਛਲੇ ਦਿਨੀ ਫੇਰ ਇਹ ਖਬਰਾਂ ਆਈਆਂ ਨੇ ਕਿ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈ ਇਸ ਦਾ ਇੱਕ ਬੜਾ ਸੁਨਹਿਰਾ ਇਤਿਹਾਸ ਹੈ, ਇਸ ਨੂੰ ਹਾਰਡ ਵਰਕਰ ਕਮਿਊਨਿਟੀ ਦੇ ਤੌਰ ਤੇ ਵਿਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਹੈ। ਲੇਕਿਨ ਪਤਾ ਨਹੀਂ ਇਸ ਭਾਈਚਾਰੇ ਨੂੰ ਕੀ ਹੋ ਗਿਆ, ਅਸੀਂ ਆਪਣਾ ਸੁਨਹਿਰਾ ਇਤਿਹਾਸ ਵੀ ਭੁੱਲ ਗਏ, ਅਸੀਂ ਆਪਣੀਆਂ ਰੀਤੀ ਰਿਵਾਜ ਪਰੰਪਰਾਵਾਂ ਵੀ ਭੁੱਲ ਗਏ, ਅਸੀਂ ਆਪਣੀਆਂ ਚੰਗੀਆਂ ਗੱਲਾਂ ਵੀ ਭੁੱਲ ਗਏ। ਅਸੀਂ ਪਤਾ ਨਹੀਂ ਕਿਸ ਪਾਸੇ ਨੂੰ ਜਾ ਰਹੇ ਹਾਂ। ਰਾਤੋਂ ਰਾਤ ਅਮੀਰ ਹੋਣ ਦੇ ਸੁਪਨੇ ਸਾਨੂੰ ਇੱਕ ਹਨੇਰੀ ਗੁਫਾ ਵੱਲ ਤੱਕ ਰਹੇ ਨੇ ਦੋਸਤੋ। ਪਿਛਲੇ ਦਿਨਾਂ ਦੇ ਵਿੱਚ ਫਿਰ ਜਿਹੜਾ ਹੈਗਾ ਸਾਡੇ ਇੱਕ ਨੌਜਵਾਨ ਕੋਲੋਂ ਬਹੁਤ ਸਾਰੀ ਡਰੱਗ ਫੜੀ ਗਈ ਹੈ। ਇਹ ਆਏ ਦਿਨ ਹੁੰਦੇ ਨੇ। ਬਰੈਂਪਟਨ ਦੇ ਵਿੱਚ ਇੱਕ ਬਹੁਤ ਵੱਡਾ ਰੈਕਟ ਹੈ ਜਿਹੜਾ ਉਹ ਫੜਿਆ ਗਿਆ ਸੀਗਾ। ਆਏ ਦਿਨ ਸਾਡੇ ਜਿਹੜੇ ਡਰੱਗ ਵਾਲੇ ਬੰਦੇ ਨੇ ਉਹ ਸਾਡੇ ਆਪਦੇ ਪੰਜਾਬੀ ਭਾਈਚਾਰੇ ਨਾਲ ਜੁੜੇ ਹੁੰਦੇ ਨੇ। ਸੋ ਫਿਰ ਵੱਡੀਆਂ ਵੱਡੀਆਂ ਜਿਹੜੀਆਂ ਅਖਬਾਰਾਂ ਨੇ ਇੱਥੋਂ ਦੀਆਂ ਮੁੱਖ ਧਾਰਾ ਦੀਆਂ ਉਹ ਖਬਰਾਂ ਲਾਉਂਦੀਆਂ ਨੇ। ਤਾਂ ਫਿਰ ਜਿਹੜੀ ਸਾਡੀ ਕਮਿਊਨਿਟੀ ਦੀ ਪਛਾਣ ਹੈ ਇਹ ਇਸ ਤਰ੍ਹਾਂ ਬਣ ਰਹੀ ਹੈ ਕਿ ਇਹ ਜਿਹੜੇ ਲੋਕ ਨੇ ਇਹ ਮਿਹਨਤ ਕਰਕੇ ਤਰੱਕੀਆਂ ਨਹੀਂ ਕਰ ਰਹੇ, ਤੋ ਇਹ ਟੇਢੇ ਢੰਗ ਨਾਲ ਪੈਸਾ ਕਮਾ ਰਹੇ ਨੇ। ਤੇ ਜਦੋਂ ਸਾਡੇ ਉਹ ਵੱਡੇ ਵੱਡੇ ਘਰ ਦੇਖਦੇ ਨੇ, ਸਾਡੇ ਵੱਡੇ ਵੱਡੇ ਬਿਜ਼ਨਸ ਦੇਖਦੇ ਨੇ, ਤਾਂ ਹੁਣ ਉਹਨਾਂ ਦੇ ਵਿੱਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਇਹਦੇ ਪਿੱਛੇ ਜਿਹੜਾ ਪੈਸਾ ਹੈ ਪਤਾ ਨਹੀਂ ਇਹ ਸਾਰੀ ਡਰੱਗ ਮਨੀ ਹੈ, ਪਤਾ ਨਹੀਂ ਇਹਨਾਂ ਨੇ ਕਿਸੇ ਨਜਾਇਜ਼ ਤਰੀਕੇ ਨਾਲ ਕਮਾਇਆ ਹੈ। ਸੋ ਦੋਸਤੋ ਅਗਰ ਅਸੀਂ ਆਪਣੀਆਂ ਇਹਨਾਂ ਕਾਰਵਾਈਆਂ ਤੋਂ ਨਾ ਹਟੇ ਤਾਂ ਸਾਡੀ ਜਿਹੜੀ ਕਮਿਊਨਿਟੀ ਹੈ ਜਿਹਦੀ ਇੱਕ ਹਾਰਡ ਵਰਕਰ ਦੇ ਤੌਰ ਤੇ ਪਛਾਣ ਸੀ, ਜਿਹਦੀ ਇੱਕ ਇਮਾਨਦਾਰ ਲੋਕਾਂ ਦੇ ਤੌਰ ਤੇ ਪਛਾਣ ਸੀ, ਸੋ ਜਿਹੜੇ ਦੂਸਰੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਸੀ, ਤੇ ਉਹਦੇ ਅਕਸ ਨੂੰ ਬਹੁਤ ਵੱਡੀ ਢਾਲ ਲੱਗੇਗੀ। ਤਾਂ ਦੂਸਰੀ ਢਾਲ ਆਉਣ ਵਾਲੀ ਜਿਹੜੀ ਗੱਲ ਹੈ ਉਹ ਹੈਗੇ ਨੇ ਸਾਡੇ ਵਿਆਹ ਸ਼ਾਦੀਆਂ। ਸੋ ਵਿਆਹ ਸ਼ਾਦੀਆਂ ਨੇ ਜਿਹੜੀਆਂ ਇਹਨਾਂ ਦਾ ਸੇਕ ਪਹਿਲਾਂ ਭਾਰਤ ਦੇ ਵਿੱਚ ਜਦੋਂ ਅਸੀਂ ਜਾਂਦੇ ਸੀ ਹੈਰਾਨ ਹੁੰਦੇ ਸੀ, ਅਖਬਾਰਾਂ 'ਚ ਪੜ੍ਹ ਕੇ ਲਿਖਿਆ ਹੁੰਦਾ ਸੀ ਕਿ ਵਿਆਹ ਲਈ ਲੜਕਾ ਜਾਂ ਲੜਕੀ ਚਾਹੀਦੀ ਹੈ, ਸਿਰਫ ਪੇਪਰ ਮੈਰਿਜ। ਤੇ ਫਿਰ ਉੱਥੇ ਇੱਕ ਇਹੋ ਜਿਹਾ ਦੌਰ ਆਇਆ ਕਿ ਜੇ ਤੁਹਾਡਾ ਮੁੰਡਾ ਪੜ੍ਹਾਈ ਦੇ ਖੇਤਰ ਵਿੱਚ ਪਿੱਛੇ ਰਹਿ ਗਿਆ ਹੈ, ਅੱਗੇ ਨਹੀਂ, ਉਹ ਆਈਲੈਟਸ ਵਗੈਰਾ ਪਾਸ ਨਹੀਂ ਕਰ ਸਕਦਾ, ਤਾਂ ਕੋਈ ਅਜਿਹੀ ਕੁੜੀ ਲੱਭ ਲਈ ਜਾਂਦੀ ਸੀ ਤੋਂ ਜਿਹਦੇ ਆਈਲੈਟਸ ਪਾਸ ਕੀਤੀ ਹੁੰਦੀ ਸੀ, ਬੈਂਡ ਬਣੇ ਹੁੰਦੇ ਸੀ,
ਤੇ ਉਹਦੇ ਬਾਹਰਲੇ ਮੁਲਕ ਜਾਣਾ ਹੁੰਦਾ ਸੀ ਤਾਂ ਜਿਹੜਾ ਪਰਿਵਾਰ ਸੀਗਾ ਲੜਕੇ ਵਾਲਾ ਤੇ ਉਸ ਕੁੜੀ ਨੂੰ ਪੈਸੇ ਆਫਰ ਕਰ ਦਿੰਦਾ ਸੀ ਕਿ ਤੇਰਾ ਪੜ੍ਹਾਈ ਦਾ ਸਾਰਾ ਖਰਚਾ, ਤੇਰੇ ਜਾਣ ਆਉਣ ਦਾ ਸਾਰਾ ਖਰਚਾ ਅਸੀਂ ਕਰਾਂਗੇ ਤੇ ਨਾਲ ਇੰਨੇ ਵੀ ਪੈਸੇ ਦੇਵਾਂਗੇ, ਤੇ ਇੱਕ ਕੰਟਰੈਕਟ ਹੋ ਜਾਂਦਾ ਸੀ ਕਿ ਤੂੰ ਸਾਡਾ ਮੁੰਡਾ ਜਿਹੜਾ ਉਹ ਬਾਹਰ ਕੱਢਣਾ ਹੈ। ਸੋ ਇਹ ਸੌਦੇਬਾਜ਼ੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋਣ ਲੱਗ ਪਈ। ਤੇ ਜਿਹੜੀ ਅਸੀਂ ਦਾਜ ਦੀ ਗੱਲ ਕਰਦੇ ਹਾਂ, ਜਿਹੜੀ ਦਾਜ ਤੋਂ ਵੀ ਕਿਤੇ ਖਤਰਨਾਕ ਸੀ, ਤਾਂ ਹੁਣ ਇਹਦੇ ਵਿੱਚ ਜਿਹੜੀਆਂ ਕੁਝ ਮੌਤਾਂ ਵੀ ਸਾਹਮਣੇ ਆਉਣ ਲੱਗ ਪਈਆਂ, ਕਿਉਂਕਿ ਜਦੋਂ ਕੁੜੀਆਂ ਇੱਧਰ ਆ ਜਾਂਦੀਆਂ ਨੇ ਤਾਂ ਫਿਰ ਉਹ ਆ ਕੇ ਮਾਹੌਲ ਦੇਖਦੀਆਂ ਨੇ, ਉਹ ਬਦਲ ਜਾਂਦੀਆਂ ਨੇ। ਕਈ ਵਾਰ ਉਹ ਮੁੰਡੇ ਨੇ ਜਿਹੜੇ ਉਹਨਾਂ ਨੂੰ ਨਹੀਂ ਸੱਦਦੀਆਂ, ਜਾਂ ਕਈ ਵਾਰ ਹੁੰਦਾ ਜਿਹੜਾ ਪੈਸੇ ਦਾ ਲੈਣ ਦੇਣਾ ਉਹ ਹੋ ਜਾਂਦਾ। ਤੇ ਜਦੋਂ ਹੁਣ ਤੁਸੀਂ ਕਿਸੇ ਦੇ ਗਲ ਗੁੱਠਾ ਦੇ ਕੇ ਤੇ ਇੰਨਾ ਪੈਸਾ ਲਿਆ ਹੋਇਆ ਹੈ, ਤੇ ਫਿਰ ਜਿਹੜਾ ਹੈਗਾ ਉਸ ਬੰਦੇ ਉੱਪਰ ਵੀ ਤੁਹਾਡਾ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਰਹਿੰਦਾ। ਤੇ ਪਤਾ ਹੁੰਦਾ ਕਿ ਜਿਹੜਾ ਸਾਰਾ ਕੁਝ ਹੋਇਆ ਸੌਦੇਬਾਜ਼ੀ 'ਚ ਹੋਇਆ, ਤੇ ਮੁੰਡਾ ਵੀ ਬਾਹਰਲੇ ਮੁਲਕ ਲਈ ਆਇਆ ਤੇ ਕੁੜੀ ਨੇ ਵੀ ਪੈਸੇ ਲਈਏ ਜਿਹੜਾ ਸੌਦਾ ਕੀਤਾ ਸੀ। ਸੋ ਰਿਸ਼ਤੇ ਨਹੀਂ ਬਣ ਸਕਦੇ। ਤੋਂ ਇਹ ਜਿਹੜੀ ਹੈਗੀ ਇਹ ਵੀ ਹੁਣ ਇੱਥੇ ਜਿਹੜੀ ਮੁੱਖ ਧਾਰਾ ਦੀਆਂ ਜਿਹੜੀਆਂ ਅਖਬਾਰਾਂ ਨੇ ਉਹ ਖਬਰਾਂ ਲਾਉਂਦੀਆਂ ਨੇ, ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਤਾਂ ਉਹ ਸਾਡੇ ਜਿਹੜੇ ਵਿਆਹ ਨੇ ਸਾਰੇ ਜਿਹੜੇ ਤੁਸੀਂ ਅਸਲੀ ਵੀ ਕਰਵਾਉਂਦੇ ਹੋ ਉਹਨਾਂ ਨੂੰ ਵੀ ਸਮਝਦਾ ਕਿ ਇਹ ਨਜਾਇਜ਼ ਤਰ੍ਹਾਂ ਹੋਏ ਨੇ, ਇਹ ਲੋਕ ਸਿਰਫ ਵਿਆਹ ਕਰਾਉਣ ਲਈ ਨਹੀਂ ਬਾਹਰ ਸੈੱਟ ਹੋਣ ਲਈ ਆਉਂਦੇ ਨੇ। ਸੋ ਇਸੇ ਤਰ੍ਹਾਂ ਸਾਡੇ ਵਿਦਿਆਰਥੀਆਂ ਦਾ ਪ੍ਰਭਾਵ ਬਣ ਜਾਂਦਾ ਜਾ ਰਿਹਾ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਸੋ ਪੜ੍ਹਾਈ ਤਾਂ ਇਹ ਬਹਾਨਾ ਹੈਗਾ, ਇਹ ਪੜ੍ਹਨ ਨਹੀਂ ਆਉਂਦੇ, ਇਹ ਪੱਕੇ ਤੌਰ ਤੇ ਇੱਥੇ ਰਹਿਣ ਲਈ ਆਉਂਦੇ ਨੇ। ਪਹਿਲਾਂ ਸਾਡੇ ਕਦੇ ਲੋਕ ਰਿਫਿਊਜੀ ਆਇਆ ਕਰਦੇ ਸੀ, ਸੋ ਹੁਣ ਜਿਹੜਾ ਹੈਗਾ ਇਸ ਤਰ੍ਹਾਂ ਆ ਰਹੇ ਨੇ। ਸੋ ਦੋਸਤੋ ਇਹ ਬੜਾ ਵਧੀਆ ਮੁਲਕ ਹੈਗਾ, ਤੁਸੀਂ ਇਸ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰੋ। ਇਹ ਇੱਥੇ ਹਰ ਤਰ੍ਹਾਂ ਦੀ ਓਪਰਚੁਨਿਟੀ ਹੈਗੀ ਆ। ਜੇ ਤੁਸੀਂ ਇੱਥੇ ਪੜ੍ਹਾਈ ਕਰਕੇ ਚੰਗੀਆਂ ਜੋਬਾਂ ਪ੍ਰਾਪਤ ਕਰ ਲੈਂਦੇ ਹੋ ਤਾਂ ਇਮੀਗ੍ਰੇਸ਼ਨ ਤਾਂ ਤੁਹਾਡੇ ਮਗਰ ਤੁਰੀ ਫਿਰੇਗੀ। ਲੇਕਿਨ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਆਇਆਂ ਨੂੰ ਇੱਥੇ ਇਸ ਮੁਲਕ ਦੇ ਵਿੱਚ ਇੰਨੇ 30 35 ਸਾਲ ਹੋ ਗਏ। ਤਾਂ ਜੇ ਤੁਸੀਂ ਇਹ ਸੋਚੋਗੇ ਕਿ ਅਸੀਂ ਅੱਜ ਆ ਕੇ ਪਹਿਲੇ ਦਿਨ ਹੀ ਬਹੁਤ ਵੱਡਾ ਘਰ ਲੈ ਲਈਏ, ਬਹੁਤ ਵੱਡੀ ਗੱਡੀ ਲੈ ਲਈਏ ਤੇ ਲੋਕਾਂ ਦੇ ਬਰਾਬਰ ਦੇ ਹੋ ਜਾਈਏ, ਦੋਸਤੋ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਸਟੈਪ ਬਾਈਜ਼ ਸਟੈਪ ਜਿਹੜਾ ਹੈਗਾ ਉਹੀ ਅੱਗੇ ਪਾਉਣਾ ਪੈਣਾ। ਤੇ ਸਾਨੂੰ ਜਿਹੜਾ ਹੈਗਾ ਆਪਣੀ ਕਮਿਊਨਿਟੀ ਦੇ ਅਕਸ ਨੂੰ ਇਹ ਢਾਹ ਨਹੀਂ ਲਾਉਣੀ ਚਾਹੀਦੀ। ਸਾਨੂੰ ਇਹ ਜਿਹੜੇ ਡਰੱਗ ਦਾ ਕੰਮ ਹੈ, ਜਿਹੜੀ ਵਿਆਹਾਂ ਦੀ ਸੌਦੇਬਾਜ਼ੀ ਹੈ, ਤਾਂ ਇਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਦੇ ਅੰਤ ਤੇ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਕਰਨੀਆਂ ਚਾਹੂੰਗਾ ਕਿ ਦੇਖੋ ਦੋਸਤੋ ਜਿਹੜੀ ਸਾਡੀ ਸਿਹਤ ਹੈ ਇਹ ਬਹੁਤ ਇੰਪੋਰਟੈਂਟ ਹੈ। ਮੇਰੇ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਹਵਾ, ਪਾਣੀ ਤੇ ਭੋਜਨ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਨੇ। ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਨੇ, ਵੱਡੇ ਘਰਾਣੇ ਨੇ, ਜਾਂ ਵੱਡੇ ਗਰੋਹ ਨੇ, ਜਾਂ ਵੱਡੇ ਆਪਾਂ ਕਹਿ ਦਿੰਦੇ ਹਾਂ ਮੈਡੀਕਲ ਮਾਫੀਆ ਜਾਂ ਫਲਾਣਾ ਮਾਫੀਆ, ਇਹ ਸਾਰੇ ਸਾਡੀ ਸਿਹਤ ਦੇ ਦੁਸ਼ਮਣ ਬਣ ਗਏ ਨੇ। ਜਿੰਨਾ ਚਿਰ ਤੁਸੀਂ ਜਾਗਰੂਕ ਨਹੀਂ ਹੋਵੋਗੇ ਤੇ ਇਹ ਖਿਲਵਾੜ ਹੈ ਜਿਹੜਾ ਉਹ ਬੰਦ ਨਹੀਂ ਹੋਣਾ। ਤੇ ਆਉਣ ਵਾਲਾ ਸਮਾਂ ਅਜਿਹਾ ਹੈ ਕਿ ਹਰੇਕ ਬੰਦਾ ਦਵਾਈਆਂ ਨਾਲ ਹੀ ਚੱਲੇਗਾ। ਤੇ ਸਾਡੀ ਸਿਹਤ ਦੇ ਵਿੱਚ ਇੰਨਾ ਵਿਗਾੜ ਪੈਦਾ ਕਰ ਦਿੱਤਾ ਗਿਆ, ਪਾਣੀ ਜ਼ਹਿਰੀਲਾ ਕਰ ਦਿੱਤਾ ਗਿਆ ਹੈ, ਭੋਜਨ ਦੇ ਵਿੱਚ ਇੰਨੇ ਕੈਮੀਕਲਸ ਪਾ ਦਿੱਤੇ ਗਏ ਨੇ। ਜਿੰਨਾ ਚਿਰ ਤੁਸੀਂ ਅਵੇਅਰ ਨਾ ਹੋਏ ਤੇ ਇਹ ਜਿਹੜਾ ਹੈਗਾ ਤੁਹਾਡਾ ਬਚਾਅ ਨਹੀਂ ਹੋ ਸਕਦਾ, ਤੇ ਤੁਹਾਡੀ ਹਾਲਤ ਹੈ ਜਿਹੜੀ ਉਹ ਬਹੁਤ ਪਤਲੀ ਹੋ ਸਕਦੀ ਹੈ। ਤੇ ਇਹ ਜਿਹੜਾ ਮਾਫੀਆ ਦਵਾਈ ਚੋਂ ਵੀ ਪੈਸੇ ਬਣਾ ਰਿਹਾ, ਹਸਪਤਾਲਾਂ ਚੋਂ ਵੀ ਪੈਸੇ ਬਣਾ ਰਿਹਾ, ਤੇ ਹਰ ਤਰ੍ਹਾਂ ਦੇ ਜਿਹੜੇ ਪੈਸੇ ਨੇ ਉਹ ਬਣਾ ਰਿਹਾ। ਤੇ ਤੁਸੀਂ ਦੇਖੋ ਕਿ ਜਿਹੜੇ ਤੁਹਾਡੀ ਆਲੇ ਦੁਆਲੇ, ਮੈਂ ਪੰਜਾਬ ਦੀ ਗੱਲ ਕਰ ਲਵਾਂਗਾ ਕਿ ਜਿਹੜੀ ਆਲੇ ਦੁਆਲੇ ਤੁਹਾਡੀ ਮਾਈਨਿੰਗ ਹੋ ਰਹੀ ਹੈ, ਰੇਤਾ ਪੱਟਿਆ ਜਾ ਰਿਹਾ, ਧਰਤੀ ਜਿਹੜੀ ਉੱਪਰਲੀ ਪਰਤ ਹੈ, ਉਪਜਾਊ ਪਰਤ, ਉਸ ਨੂੰ ਨਸ਼ਟ ਕੀਤਾ ਜਾ ਰਿਹਾ। ਤੇ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰਭਾਵ ਪੈਣਗੇ, ਇਸ ਦਾ ਬਹੁਤ ਵੱਡਾ ਪ੍ਰਭਾਵ ਪਵੇਗਾ। ਤੇ ਤੁਸੀਂ ਕਦੇ ਵੀ ਸੰਭਲ ਨਹੀਂ ਪਾਓਗੇ। ਪਹਿਲਾਂ ਤੁਸੀਂ ਆਪਣਾ ਪਾਣੀ ਖਤਮ ਕੀਤਾ, ਫਿਰ ਤੁਸੀਂ ਜਿਹੜੀ ਧਰਤੀ ਦੀ ਉੱਪਰਲੀ ਉਪਜਾਊ ਪਰਤ ਹੈ ਉਸ ਨੂੰ ਵੀ ਖਤਮ ਕਰ ਲਾਓਗੇ। ਤੇ ਫਿਰ ਜਿਹੜਾ ਹੌਲੀ ਹੌਲੀ ਹੈਗਾ ਉਹ ਧਰਤੀ ਜਿੱਥੇ ਕਦੇ ਆਰੀਅਨ ਲੋਕ ਜਾ ਕੇ ਬਸੇ ਸੀ, ਤੇ ਇਸ ਨੂੰ ਸੋਨੇ ਦੀ ਚਿੜੀ ਕਿਹਾ ਗਿਆ ਸੀ, ਜਿੱਥੇ ਖੁੱਲੀਆਂ ਚਰਾਂਦਾ ਸੀ, ਜਿੱਥੇ ਬਹੁਤ ਵਧੀਆ ਮੌਸਮ ਸੀ, ਤਾਂ ਉਹ ਧਰਤੀ ਇਸ ਤਰ੍ਹਾਂ ਦੀ ਬਣ ਜਾਵੇਗੀ ਕਿ ਉੱਥੋਂ ਲੋਕ ਤਰ੍ਹਾਂ ਕਰਦੇ ਇੱਥੋਂ ਭੱਜ ਜਾਣਗੇ। ਤੁਸੀਂ ਦੇਖ ਰਹੇ ਹੋ ਕਿ ਭੱਜ ਰਹੇ ਨੇ। ਤੇ ਜੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਮਾਈਗ੍ਰੇਸ਼ਨ ਜਾਰੀ ਰਹੀ ਤਾਂ ਉਦੋਂ ਦੂਰ ਨਹੀਂ ਕਿ ਪੰਜਾਬ ਦੇ ਵਿੱਚ ਪੰਜਾਬੀ ਘੱਟ ਗਿਣਤੀ ਦੇ ਵਿੱਚ ਹੋਣਗੇ। ਹੋ ਸਕਦਾ ਹੋਣ ਹੀ ਨਾ, ਹੋ ਸਕਦਾ ਉਹ ਧਰਤੀ ਰਹਿਣ ਦੇ ਕਾਬਲ ਨਾ ਹੀ ਰਹੇ, ਹੋ ਸਕਦਾ ਉੱਥੇ ਸਾਰਾ ਪਾਣੀ ਜ਼ਹਿਰੀਲਾ ਹੋਵੇ, ਹੋ ਸਕਦਾ ਉੱਥੇ ਕੁਝ ਵੀ ਪੈਦਾ ਨਾ ਹੋਵੇ। ਤੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣ ਸਕਦੇ ਨੇ। ਤਾਂ ਸਾਨੂੰ ਇਹਨਾਂ ਚੀਜ਼ਾਂ ਲਈ ਅਵੇਅਰ ਰਹਿਣ ਦੀ ਲੋੜ ਹੈ। ਤੇ ਇਹ ਅਵੇਅਰਨੈਸ ਜਿਹੜੀ ਹੈਗੀ ਆ ਉਹ ਸਾਡੀ ਚੇਤਨਾ ਦੇ ਵਿੱਚ ਇਸ ਕਰਕੇ ਵੀ ਆਉਣੀ ਚਾਹੀਦੀ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਚੁਣ ਕੇ ਸਰਕਾਰਾਂ ਲਈ ਭੇਜਦੇ ਹੋ, ਇਹ ਬੇਹੱਦ ਨਿਕੰਮੇ, ਇਸ ਤਰ੍ਹਾਂ ਦੇ ਮਾਫੀਆ ਨਾਲ ਰਲੇ ਹੋਏ ਲੋਕ ਨੇ। ਭਾਵੇਂ ਇਹ ਡਰੱਗ ਸਮਗਲਰ ਨੇ, ਡਰੱਗ ਪੈਡਲਰ ਨੇ, ਭਾਵੇਂ ਇਹ ਵੱਡੇ ਡਰੱਗ ਲਾਰਡ ਨੇ, ਭਾਵੇਂ ਸਿਆਸਤਦਾਨ ਨੇ, ਤੇ ਭਾਵੇਂ ਜਿਹੜਾ ਹੈਗਾ ਮਾਫੀਆ ਹੈਗਾ, ਇਹ ਸਾਰੇ ਉੱਪਰ ਜਾ ਕੇ ਇਕੱਠੇ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ।
ਤੇ ਜਿੰਨੀ ਫੰਡਿੰਗ ਹੈ, ਪੋਲੀਟੀਕਲ ਫੰਡਿੰਗ ਹੈਗੀ ਆ, ਉਹ ਸਾਰੀ ਕਿੱਥੋਂ ਆਉਂਦੀ ਹੈ? ਤੇ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਮਨੀ ਹੈ ਉਸ ਨੂੰ ਜਿਹੜਾ ਹੈਗਾ ਵਰਤਿਆ ਜਾਂਦਾ ਹੈ। ਤੇ ਫਿਰ ਇਹ ਲੋਕ ਕਦੇ ਵੀ ਤੁਹਾਡੇ ਹੱਕ ਦੇ ਵਿੱਚ ਫੈਸਲੇ ਨਹੀਂ ਕਰਨਗੇ। ਸੋ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਮੁੜਕਿੜ ਉਹੀ ਲੋਕ ਆਈ ਜਾਂਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਪਿਛਲੇ 60-70 ਸਾਲਾਂ ਦੇ ਵਿੱਚ ਜਮਾ ਖਤਮ ਕਰ ਦਿੱਤਾ। ਸੋ ਜਿੰਨਾ ਚਿਰ ਤੁਹਾਡੇ ਤੋਂ ਇਹ ਚੇਤਨਾ ਨਹੀਂ ਆਉਂਦੀ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁਣ ਕੇ ਅੱਗੇ ਭੇਜਣਾ ਹੈ, ਤੁਹਾਡੇ ਹੱਥ 'ਚ ਵੋਟ ਦੀ ਪਾਵਰ ਹੈ ਤੇ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਭਾਵੇਂ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ, ਭਾਵੇਂ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਹਾਂ, ਤੇ ਸਾਨੂੰ ਆਪਣੇ ਲੀਡਰ ਆ ਜਿਹੜੇ ਉਹ ਚੁਣਨੇ ਪੈਣਗੇ, ਉਸ ਤਰ੍ਹਾਂ ਦੇ ਚੁਣਨੇ ਪੈਣਗੇ ਜਿਹੜੇ ਸਾਡੇ ਲੋਕਾਂ ਲਈ ਕੰਮ ਕਰ ਸਕਣ, ਜਿਹੜਾ ਮਾਫੀਆ ਇਸ ਨੂੰ ਤੋੜ ਸਕਣ, ਜਿਹੜੇ ਸਾਡੀ ਸਿਹਤ ਦਾ ਧਿਆਨ ਰੱਖ ਸਕਣ। ਸੋ ਮਨੁੱਖਤਾ ਲਈ 3 ਚੀਜ਼ਾਂ ਬਹੁਤ ਜ਼ਰੂਰੀ ਨੇ, ਤੁਹਾਡੀ ਹੈਲਥ, ਵਿੱਦਿਆ ਅਤੇ ਰੁਜ਼ਗਾਰ। ਤੇ ਜਿਹੜੇ ਲੋਕ ਤੁਹਾਨੂੰ ਇਹ ਨਹੀਂ ਦੇ ਸਕਦੇ ਉਹ ਲੋਕ ਤੁਹਾਡੇ ਮਿੱਤ ਨਹੀਂ ਹਨ। ਸੋ ਦੋਸਤੋ, ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੰਨੀਆਂ ਹੀ ਗੱਲਾਂ ਕਰਾਂਗੇ। ਉਮੀਦ ਕਰਦਾ ਹਾਂ ਤੁਹਾਨੂੰ ਜਿਹੜੀ ਗੱਲਬਾਤ ਆ ਉਹ ਚੰਗੀ ਲੱਗੂਗੀ। ਤੋਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਹੋਰ ਵੀ ਵਿਸ਼ੇ ਲੈ ਕੇ ਆਵਾਂਗੇ। ਸੋ ਤੁਸੀਂ ਦੱਸਿਓ ਕਿ ਤੁਸੀਂ ਕਿਸ ਵਿਸ਼ੇ ਤੇ ਗੱਲਬਾਤ ਜਿਹੜੀ ਸੁਣਨੀ ਚਾਹੁੰਦੇ ਹੋ, ਤਾਂ ਜਿਹਦੇ ਵਿੱਚ ਆਪਾਂ ਡਿਸਕਸ ਕਰ ਸਕੀਏ। ਬਾਅਦ ਦੇ ਵਿੱਚ ਤੁਸੀਂ ਮੈਨੂੰ ਆਪਣੇ ਵਿਚਾਰ ਭੇਜ ਸਕੋ। ਸੋ ਅਸੀਂ ਹਰਜੀਤ ਸਿੰਘ ਦਿਓਲ ਸਾਹਿਬ, ਜਸਵੀਰ ਸਿੰਘ ਟੋਡਰਪੁਰ, ਸੁਰਜੀਤ ਸਿੰਘ ਸਮਰਾਲਾ, ਜਸਵੀਰ ਕੌਰ ਭਾਰਤ ਤੋਂ, ਪ੍ਰੋਫੈਸਰ ਬਲਜੀਤ ਸਿੰਘ ਉਟਾਲ, ਹਿੰਮਤ ਸਿੰਘ USA ਤੋਂ, ਸੁਖਮਿੰਦਰ ਸਿੰਘ ਉਟਾਲ ਅਤੇ ਹੋਰ ਬਹੁਤ ਸਾਰੇ ਦਰਸ਼ਕ ਜਿਨ੍ਹਾਂ ਨੇ ਸਾਨੂੰ ਸੁਨੇਹੇ ਭੇਜੇ, ਫੋਨ ਕੀਤੇ ਤੇ ਸਾਡੇ ਪ੍ਰੋਗਰਾਮ ਨੂੰ ਦੂਜੀਆਂ ਥਾਵਾਂ ਤੇ ਪੇਜਾਂ ਤੇ ਸ਼ੇਅਰ ਕੀਤਾ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਨਾਲ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਵਾਲਾ ਬਟਨ ਪ੍ਰੈਸ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਤੇ ਸਬਸਕ੍ਰਾਈਬ ਜ਼ਰੂਰ ਕਰੋ, ਤੇ ਤਾਂ ਕਿ ਆਪਾਂ ਪ੍ਰੋਗਰਾਮ ਨੂੰ ਚੱਲਦਾ ਰੱਖ ਸਕੀਏ ਅਤੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਰਹੇ। ਤੇ ਦੋਸਤੋ, ਫਿਰ ਇੱਥੇ ਹੀ ਮੇਜਰ ਮੰਕ ਨੂੰ ਆਗਿਆ ਦਿਓ। ਉਮੀਦ ਕਰਦਾ ਹਾਂ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਅਗਲੇ ਸ਼ਨੀਚਰਵਾਰ ਫਿਰ ਮਿਲਾਂਗੇ। ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।